parenthesis matching, palindrome, एंड थर्ड एप्लीकेशन HTML टैग मैचिंग है ना। तीन तरह दी ਆਪਾਂ ਐਪਲੀਕੇਸ਼ਨ ਉਹਦੇ ਚ ਕਵਰ ਕਰ ਲਈਆਂ ਸੀਗੀਆਂ। ਇਹ ਤਿੰਨ ਤਰ੍ਹਾਂ ਦੇ ਜਿਹੜੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਸੋਲਵ ਕਰਨ ਵਾਸਤੇ ਆਪਾਂ ਸਟੈਕ ਨੂੰ ਯੂਜ਼ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਨੈਕਸਟ ਪ੍ਰੋਬਲਮ ਆਪਾਂ ਸਟੈਕ ਦੇ ਨਾਲ ਯੂਜ਼ ਕਰ ਸਕਦੇ ਹਾਂ ਉਹਨੂੰ ਤੁਸੀਂ ਜਿਹੜੀ ਕਿ ਆਪਰੇਟਿੰਗ ਸਿਸਟਮ ਦੇ ਵਿੱਚ ਵੀ ਯੂਜ਼ ਹੁੰਦੀ ਹੈ ਜਾਂ ਹਰ ਪ੍ਰੋਗਰਾਮਿੰਗ ਲੈਂਗੁਏਜ ਚ ਯੂਜ਼ ਹੁੰਦੀ ਹੈ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਧਿਆਨ ਨਾਲ ਦੇਖੋ, ਜੇ ਤੁਹਾਨੂੰ ਪ੍ਰੋਗਰਾਮਿੰਗ ਦਾ ਥੋੜਾ ਜਿਹਾ ਆਈਡੀਆ ਹੋਵੇ ਤਾਂ ਆਪਾਂ ਮੇਨ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਦੋ ਵੇਰੀਏਬਲ ਬਣਾ ਲਏ x ਐਂਡ y, ਤੇ ਉਸ ਤੋਂ ਬਾਅਦ x ਦੀ ਵੈਲਿਊ ਮੈਂ ਯੂਜ਼ਰ ਤੋਂ ਐਂਟਰ ਕਰਾ ਲਈ। ਉਸ ਤੋਂ ਬਾਅਦ ਮੈਂ ਫੰਕਸ਼ਨ f ਨੂੰ ਕਾਲ ਕਰ ਲਿਆ, x ਦੀ ਵੈਲਿਊ ਉਹਨੂੰ ਮੈਂ ਪਾਸ ਕਰਤੀ। ਜਦੋਂ ਫੰਕਸ਼ਨ f ਨੂੰ ਕਾਲ ਹੋਈ ਤਾਂ ਕੰਪਿਊਟਰ ਨੇ ਕੰਟਰੋਲ ਨੂੰ ਇੱਥੋਂ ਟ੍ਰਾਂਸਫਰ ਕਰਕੇ ਆਪਣੇ ਕੋਲ f ਫੰਕਸ਼ਨ ਦੇ ਵਿੱਚ ਪਾਸ ਕਰਤਾ। ਜਦੋਂ f ਫੰਕਸ਼ਨ ਦੇ ਵਿੱਚ ਪਾਸ ਕਰਤਾ ਤਾਂ ਜਿਹੜੇ ਆ ਵੇਰੀਏਬਲ ਸੀ x ਤੇ y ਦੇ ਉਹਨਾਂ ਦੀਆਂ ਕੀ ਵੈਲਿਊ ਸੀਗੀਆਂ, ਉਹਦੀ ਇਨਫੋਰਮੇਸ਼ਨ ਨੂੰ ਕਿੱਥੇ ਰੱਖਿਆ ਜਾਂਦਾ ਹੈ ਕੁਛ ਆਈਡੀਆ? ਉਹਨਾਂ ਨਾਲ ਕੀ ਹੋਇਆ ਜਦੋਂ f ਦੇ ਵਿੱਚ ਅੱਡ ਤੋਂ ਨੇ ਉਹਦੇ ਕਾਚ ਇਹਦੇ ਨਾਲ ਦੀ ਵਜਾ ਕੇ ਕਿੱਥੇ ਰਹਿਣਾ ਇਹਦੇ ਨਾਲ ਇੱਥੇ ਰੱਖੀ ਸੀ ਰਾਤ ਨੂੰ ਲਾ ਕੇ ਆ ਨਹੀਂ ਪਈ ਹੈਰਾਨ ਕਰਨੀ। ਹਾਂਜੀ ਹੈਲੋ ਅਮਨਜੋਤ, ਅਮਨਜੋਤ। ਜਦੋਂ ਆਪਾਂ ਵੇਰੀਏਬਲ ਫੰਕਸ਼ਨ f ਦੇ ਵਿੱਚ ਆ ਗਏ, ਉੱਥੇ ਇੱਕ ਨਵਾਂ ਵੇਰੀਏਬਲ n ਬਣ ਗਿਆ, ਉਹਦੇ ਵਿੱਚ ਦੋ ਵੇਰੀਏਬਲ k ਔਰ r ਹੋਰ ਬਣ ਗਏ। n ਦੀ ਵੈਲਿਊ 0 ਚੈੱਕ ਕਰ ਲਈ ਤਾਂ ਰਿਟਰਨ ਕਰਤਾ 0 ਨੂੰ, ਨਹੀਂ ਤਾਂ k ਦੀ ਵੈਲਿਊ ਆਪਾਂ ਕੈਲਕੂਲੇਟ ਕਰ ਲਈ, r ਦੀ ਵੈਲਿਊ ਕੈਲਕੂਲੇਟ ਕਰ ਲਈ ਤੇ k ਪਲੱਸ r ਨੂੰ ਆਪਾਂ ਰਿਟਰਨ ਕਰਤਾ ਹੈ ਨਾ। ਤੋ ਇਹ ਸਾਰੀ ਇਨਫੋਰਮੇਸ਼ਨ ਜਦੋਂ ਇੱਥੋਂ ਰਿਟਰਨ ਹੋਇਆ ਵਾਪਸ ਕੰਟਰੋਲ ਜਿਹੜਾ ਹੈ ਆਪਣਾ ਇੱਥੇ ਆ ਗਿਆ। ਠੀਕ, ਇਸ ਤੋਂ ਬਾਅਦ ਆਪਾਂ ਇਹ ਵਾਲੀ ਲਾਈਨ ਅਗਲੀ ਐਗਜ਼ੀਕਿਊਟ ਹੋਣੀ ਹੈ। ਪਹਿਲਾਂ ਇਹ ਲਾਈਨ ਐਗਜ਼ੀਕਿਊਟ ਹੋਏਗੀ, ਫਿਰ ਇਹ ਲਾਈਨ ਐਗਜ਼ੀਕਿਊਟ ਹੋਏਗੀ, ਇਹ ਲਾਈਨ ਐਗਜ਼ੀਕਿਊਟ ਹੋਏਗੀ, ਇਹ ਲਾਈਨ। ਇਸ ਤੋਂ ਬਾਅਦ ਕੰਟਰੋਲ ਆਪਣਾ ਟ੍ਰਾਂਸਫਰ ਹੋ ਗਿਆ ਫੰਕਸ਼ਨ ਦੇ ਵਿੱਚ। ਜੇ ਸਾਰਾ ਕੁਝ ਸਹੀ ਹੋ ਗਿਆ ਤਾਂ ਫੰਕਸ਼ਨ ਨੇ ਵਾਪਸ ਵੈਲਿਊ ਰਿਟਰਨ ਕਰਨੀ ਹੈ ਇਸ ਟਾਈਮ ਤੇ। तो ਜਦੋਂ ਇਹ ਕੰਟਰੋਲ ਟ੍ਰਾਂਸਫਰ ਹੋਇਆ ਐਟ ਦੈਟ ਟਾਈਮ ਜੋ ਵੀ ਇਹਦੇ ਵਿੱਚ ਸਟੇਟ ਸੀ, that is called state of the program, state of program means ਉਸ ਪ੍ਰੋਗਰਾਮ ਦੇ ਹਾਲਾਤ ਕੀ ਸੀ। ਹਾਲਾਤ ਤੋਂ ਮਤਲਬ ਕੀ ਹੈ ਕਿ ਉਹਦੇ ਵਿੱਚ ਕਿਹੜੇ ਕਿਹੜੇ ਵੇਰੀਏਬਲ ਬਣੇ ਹੋਏ ਸੀ, ਉਹਨਾਂ ਦੀਆਂ ਕਿਹੜੀਆਂ ਵੈਲਿਊ ਸੀਗੀਆਂ, ਕਿਹੜੀ ਕਿਹੜੀ ਸਟੇਟਮੈਂਟ ਚੱਲ ਚੁੱਕੀ ਆ, ਅਗਲੀ ਕਿਹੜੀ ਸਟੇਟਮੈਂਟ ਆਪਾਂ ਨੇ ਐਗਜ਼ੀਕਿਊਟ ਕਰਨੀ ਹੈ। ਆਲ ਦਿਸ ਇਨਫੋਰਮੇਸ਼ਨ ਇਜ਼ ਕਾਲਡ ਸਟੇਟ ਆਫ ਦੀ ਪ੍ਰੋਗਰਾਮ। ਠੀਕ, ਤਾਂ ਉਹ ਸਟੇਟ ਆਫ ਦੀ ਪ੍ਰੋਗਰਾਮ ਜਦੋਂ ਕੰਟਰੋਲ ਚਲੇ ਗਿਆ ਤਾਂ ਉਹ ਸਟੇਟ ਆਫ ਦੀ ਪ੍ਰੋਗਰਾਮ ਕਿਤੇ ਆਪਾਂ ਸੇਵ ਕਰਾਂਗੇ। ਜਦੋਂ ਕੰਟਰੋਲ ਵਾਪਸ ਆਇਆ ਤਾਂ ਉਹਦੇ ਸੇਮ ਹਾਲਾਤ ਆਪਾਂ ਵਾਪਸ ਲਾਗੂ ਕਰਨੇ ਹਨ ਤਾਂ ਕਿ ਆਪਾਂ ਆਪਣੇ ਪ੍ਰੋਗਰਾਮ ਨੂੰ ਅੱਗੇ ਐਗਜ਼ੀਕਿਊਟ ਕਰ ਸਕੀਏ। ਠੀਕ, ਤਾਂ ਇਹਦੇ ਵਿੱਚ ਕੀ ਹੋਇਆ ਕਿ ਜਦੋਂ ਫੰਕਸ਼ਨ A ਨੇ B ਨੂੰ ਕਾਲ ਕੀਤਾ, B ਨੇ C ਨੂੰ ਕਾਲ ਕੀਤਾ, C ਨੇ D ਨੂੰ ਕਾਲ ਕੀਤਾ, ਕੁਝ ਵੀ ਪੋਸੀਬਲ ਹੋ ਸਕਦਾ ਹੈ ਨਾ। ਤਾਂ ਜਦੋਂ A ਨੇ B ਨੂੰ ਕਾਲ ਕੀਤਾ ਤਾਂ A ਦੀ ਸਟੇਟ ਬਣ ਗਈ, B ਨੇ C ਨੂੰ ਕਾਲ ਕੀਤਾ ਉਸ ਟਾਈਮ ਤੇ B ਦੇ ਕੀ ਹਾਲਾਤ ਸੀਗੇ, C ਨੇ D ਨੂੰ ਕਾਲ ਕੀਤਾ ਉਸ ਟਾਈਮ ਤੇ C ਦੇ ਕੀ ਹਾਲਾਤ ਸੀਗੇ। ਫਿਰ ਜਦੋਂ D ਨੇ ਵਾਪਸ ਵੈਲਿਊ ਰਿਟਰਨ ਕੀਤੀ, ਕੰਟਰੋਲ ਵਾਪਸ ਆਇਆ C ਦੇ ਵਿੱਚ ਤਾਂ C ਦੇ ਹਾਲਾਤ ਮੇਨਟੇਨ ਕਰਨੇ ਆ, C ਤੋਂ B ਦੇ ਵਿੱਚ ਆਇਆ ਤਾਂ ਉਹਦੇ ਹਾਲਾਤ ਮੇਨਟੇਨ ਕਰਨੇ ਆ, B ਤੋਂ A ਦੇ ਵਿੱਚ ਆਇਆ ਤਾਂ ਉਹਦੇ ਹਾਲਾਤ ਮੇਨਟੇਨ ਕਰਨੇ ਆ। ਠੀਕ, ਸੋ ਮੇਨਟੇਨ ਤਾਂ ਕੀਤੇ ਜਾਣਗੇ ਜੇ ਆਪਾਂ ਉਹਨਾਂ ਨੂੰ ਕਿਤੇ ਸੇਵ ਕੀਤਾ ਹੋਏਗਾ। ਤਾਂ ਉਹ ਸੇਵ ਕਿੱਥੇ ਹੋਏਗਾ, ਸੇਵ ਕਿੱਥੇ ਕਰਦੇ ਆਪਾਂ ਚੀਜ਼ਾਂ ਨੂੰ? ਮੈਮਰੀ ਦੇ ਵਿੱਚ। ਕੁਆਇਟ ਓਬਵੀਅਸ ਹੈ ਕਿ ਜਦੋਂ ਵੀ ਆਪਾਂ ਕੋਈ ਚੀਜ਼ ਸੇਵ ਕਰਨੀ ਹੈ ਤਾਂ ਆਪਾਂ ਮੈਮਰੀ ਦੇ ਵਿੱਚ ਸੇਵ ਕਰਾਂਗੇ। ਸੋ ਆਪਾਂ ਰੈਮ ਦੇ ਵਿੱਚ ਆਪਣੇ ਪ੍ਰੋਗਰਾਮਾਂ ਦੀ ਜਿਹੜੀ ਸਟੇਟ ਹੈ ਉਹਨਾਂ ਨੂੰ ਸੇਵ ਕਰਦੇ ਹਾਂ। ਠੀਕ, ਜਦੋਂ ਫੰਕਸ਼ਨ A ਨੇ ਫੰਕਸ਼ਨ B ਨੂੰ ਕਾਲ ਕੀਤਾ ਐਟ ਦੈਟ ਟਾਈਮ ਵਾਟਐਵਰ ਦਾ ਸਟੇਟ ਆਫ ਦੈਟ ਫੰਕਸ਼ਨ, ਉਹ ਸਟੇਟ ਨੂੰ ਆਪਾਂ ਕਹਿੰਦੇ ਆ, ਤੁਸੀਂ ਮੇਬੀ ਸੁਣਿਆ ਹੋਵੇ ਆਪਰੇਟਿੰਗ ਸਿਸਟਮ ਪੜਿਆ ਹੋਇਆ, ਆਪਰੇਟਿੰਗ ਸਿਸਟਮ ਬਾਰੇ ਪੜਿਆ ਹੋਇਆ ਤੁਸੀਂ? ਯੈਸ ਸਰ। ਉਹਦੇ ਵਿੱਚ ਇੱਕ ਟਰਮ ਆਉਂਦੀ ਹੈ PCB, ਪ੍ਰੋਸੈਸ ਕੰਟਰੋਲ ਬਲਾਕ। ਪ੍ਰੋਸੈਸ ਕੰਟਰੋਲ ਬਲਾਕ ਕੀ ਹੈ? ਉਹ ਸਾਰੀ ਇਹੀ ਇਨਫੋਰਮੇਸ਼ਨ ਹੁੰਦੀ ਹੈ ਇਹ ਫੰਕਸ਼ਨ ਕਿੱਥੇ ਤੱਕ ਐਗਜ਼ੀਕਿਊਟ ਹੋ ਚੁੱਕਾ ਆ, ਉਹਦੀਆਂ ਕਿਹੜੇ ਕਿਹੜੇ ਵੇਰੀਏਬਲ ਸੀ, ਉਹਨਾਂ ਦੀ ਕੀ ਵੈਲਿਊ ਸੀ, ਉਹ ਸਾਰੀ ਇਨਫੋਰਮੇਸ਼ਨ ਜਿਹੜੀ PCB ਹੁੰਦੀ ਹੈ ਸਟੇਟ ਆਫ ਫੰਕਸ਼ਨ, ਉਹ ਸਾਰੀ ਇਨਫੋਰਮੇਸ਼ਨ ਆਪਾਂ ਪਾਉਂਦੇ ਆ ਮੈਮਰੀ ਦੇ ਵਿੱਚ। ਸਟੇਟ ਆਫ ਵੇਰੀਏਬਲ A, ਫਿਰ ਮੈਥਡ A, ਤਾਂ A ਨੇ ਆਪਾਂ ਨੇ B ਨੂੰ ਕਾਲ ਕੀਤਾ, B ਨੇ ਅੱਗੇ C ਨੂੰ ਕਾਲ ਕੀਤਾ ਤਾਂ ਸਟੇਟ ਆਫ B। ਠੀਕ ਹੈ, ਉਸ ਤੋਂ ਅੱਗੇ ਫਿਰ ਸਟੇਟ ਆਫ C ਐਂਡ ਸੋ ਔਨ।
ठीक है, इस तरह करके काम चलता रहता है। तो ये जी इनफॉर्मेशन स्टोर होंगी है, जो वापस आना है, जो वापस आना है तो सब तो पहला किहड़े मैथड ने आना है, इन्हां सारियां चों किहड़े मैथड ने बाहर निकलना है? की मैं ए नूं पहलों कढ सकदा? ਜਦੋਂ ਰਿਟਰਨ ਹੋਏਗਾ ਡੀ ਤੋਂ, ਜਦੋਂ ਰਿਟਰਨ ਹੋਣਾ ਆ ਤਾਂ ਕੀ ਉਹ ਡੀ ਤੋਂ ਡਾਇਰੈਕਟਲੀ ਏ ਨੂੰ ਰਿਟਰਨ ਹੋ ਸਕਦਾ? ਨਾ ਜੀ, ਨਹੀਂ ਹੋ ਸਕਦਾ। ਡੀ ਰਿਟਰਨ ਕਿੱਥੇ ਕਰੇਗਾ? ਜਿੰਨੇ ਇਹਨੂੰ ਕਾਲ ਕੀਤਾ ਸੀ ਡੀ ਉਹਨੂੰ ਹੀ ਰਿਟਰਨ ਕਰੇਗਾ। देयर इज नो अदर वे। ਜੋ ਕਾਲ ਕਰਦਾ ਹੈ ਹਮੇਸ਼ਾ ਉਹਨੂੰ ਹੀ ਰਿਟਰਨ ਹੁੰਦਾ ਹੈ। ਸਮਝ ਲੱਗੀ ਗੱਲ? ਸੋ ਡੀ ਨੇ ਸੀ ਨੂੰ ਰਿਟਰਨ ਕਰਨਾ, ਸੀ ਨੂੰ ਕਿੰਨੇ ਕਾਲ ਕੀਤਾ ਸੀ? ਬੀ ਨੇ ਜੀ। ਬੀ ਨੇ। ਤਾਂ ਸੀ ਜਦੋਂ ਰਿਟਰਨ ਕਰੇਗਾ ਤਾਂ ਕਿਹਨੂੰ ਕਰੇਗਾ? ਬੀ ਨੂੰ। ਬੀ ਜਦੋਂ ਰਿਟਰਨ ਕਰੇਗਾ ਤਾਂ ਕਿਹਨੂੰ ਕਰੇਗਾ? ਏ ਨੂੰ। ਠੀਕ। ਸੋ ਦੈਟ ਮੀਨਸ ਜਿਹੜਾ ਆ ਆਪਣਾ ਸਟਰਕਚਰ ਬਣ ਰਿਹਾ ਕਿ ਆਪਾਂ ਪਹਿਲਾਂ ਏ ਦੀ ਸਟੇਟ ਸੇਵ ਕੀਤੀ, ਫਿਰ ਬੀ ਦੀ ਕੀਤੀ, ਫਿਰ ਸੀ ਦੀ ਕੀਤੀ। ਜਿਵੇਂ ਜਿਵੇਂ ਏ ਨੇ ਪਹਿਲਾਂ ਬੀ ਨੂੰ ਕਾਲ ਕੀਤਾ ਤਾਂ ਸਭ ਤੋਂ ਪਹਿਲਾਂ ਏ ਦੀ ਸਟੇਟ ਆਈ। ਆਪਣੇ ਕੋਲ ਬੀ ਦੀ ਸਟੇਟ ਪਹਿਲਾਂ ਨਹੀਂ ਆ ਸਕਦੀ, ਪਹਿਲਾਂ ਏ ਦੀ ਸਟੇਟ ਆਊਗੀ, ਫਿਰ ਬੀ ਦੀ ਸਟੇਟ ਆਊਗੀ। ਇਹ ਨਹੀਂ ਹੋ ਸਕਦਾ ਪਹਿਲਾਂ ਡੀ ਦੀ ਆ ਜਾਏ ਫਿਰ ਸੀ ਦੀ ਆ ਜਾਏ, ਫਿਰ ਸੀ ਦੀ ਸਟੇਟ ਆਊਗੀ, ਫਿਰ ਡੀ ਦੀ ਸਟੇਟ ਆਊਗੀ ਐਂਡ ਸੋ ਔਨ। ਜਦੋਂ ਵਾਪਸ ਹੋਣਾ ਫਿਰ ਪਹਿਲਾਂ ਕਿਹੜੀ ਨਿਕਲਣੀ ਹੈ? ਕਿਹੜੀ ਨਿਕਲਣੀ ਹੈ? ਜਿਹੜੀ ਸਭ ਤੋਂ ਉੱਪਰ ਪਈ ਹੈ। So we will always extract that state which is always at the top of the memory। फिर उस तो बाद B ਦੀ ਨਿਕਲੇਗੀ, ਫਿਰ ਉਸ ਤੋਂ ਬਾਅਦ A ਦੀ ਨਿਕਲੀ। ਤਾਂ ਇਹ ਕਿਹੜਾ ਬਿਹੇਵੀਅਰ ਹੈ ਇੱਥੇ? This is your first in first out, oh sorry last in first out। last in। ਸੋ ਜਿਹੜੀ ਸਟੇਟ ਸਭ ਤੋਂ ਲਾਸਟ ਵਿੱਚ ਗਈ ਸੀ ਉਹੀ ਸਟੇਟ ਸਭ ਤੋਂ ਪਹਿਲਾਂ ਨਿਕਲ ਕੇ ਆਉਣੀ ਹੈ। ਜਿਹੜੀ ਸਟੇਟ ਸਭ ਤੋਂ ਲਾਸਟ ਵਿੱਚ ਗਈ ਉਹੀ ਸਟੇਟ ਸਭ ਤੋਂ ਪਹਿਲਾਂ। ਸੋ ਦਿਸ ਇਜ਼ ਲਾਸਟ ਇਨ ਫਸਟ ਆਊਟ ਬਿਹੇਵੀਅਰ, ਜਿਹਨੂੰ ਇੰਪਲੀਮੈਂਟ ਕਰਨ ਲਈ ਆਪਾਂ ਕੀ ਯੂਜ਼ ਕਰਾਂਗੇ? ਸੋ ਆਪਰੇਟਿੰਗ ਸਿਸਟਮ ਜਾਂ ਤੁਹਾਡੇ ਜਿਹੜੇ ਪ੍ਰੋਗਰਾਮ ਦੇ ਹੈਗੇ ਸਿਸਟਮ, ਜਿਹੜੇ ਪ੍ਰੋਗਰਾਮ ਐਗਜ਼ੀਕਿਊਟ ਕਰਦੇ ਆ ਉਹ ਸਿਸਟਮ ਸਟੈਕ। ਦਿਸ ਇਜ਼ ਵਨ ਆਫ ਦਾ ਐਪਲੀਕੇਸ਼ਨ ਆਫ ਸਟੈਕ। ਤਾਂ ਸਟੈਕ ਕਿੱਥੇ ਕੰਮ ਆਉਂਦੇ ਆ? ਸਟੈਕ ਕਿਸੇ ਵੀ ਫੰਕਸ਼ਨ ਨੂੰ ਐਗਜ਼ੀਕਿਊਟ ਕਰਨ ਦੇ ਵਿੱਚ ਹੈਲਪਫੁਲ ਹੈ। ਜੇ ਤੁਸੀਂ ਇੱਥੇ ਸਟੈਕ ਨਹੀਂ ਬਣਾਏ ਹੋਣਗੇ ਤਾਂ ਤੁਹਾਡੀ ਇਹ ਫੰਕਸ਼ਨ ਕਾਲਿੰਗ ਵਾਲਾ ਜੋ ਕੰਮ ਹੈ ਹੋਏਗਾ ਹੀ ਨਹੀਂ। ਠੀਕ, ਬਿਕੋਜ਼ ਦਿਸ ਇਜ਼ ਅ ਬਿਹੇਵੀਅਰ ਆਫ ਸਟੈਕ। ਇਸ ਨੂੰ ਇੰਪਲੀਮੈਂਟ ਕਰਨ ਲਈ ਵੀ ਦਿਸ ਇਜ਼ ਪੀਸੀਬੀ। ਪੀਸੀਬੀ ਕੀ ਹੁਣ ਸਟੈਕ ਦੇ ਜਿਹੜੀਆਂ ਵੇਰੀਏਬਲਸ ਹੈ, ਵੈਲਿਊਜ਼ ਹੈ, ਉਹ ਕੋਈ ਆਬਜੈਕਟ। ਦਿਸ ਇਜ਼ ਬੇਸਿਕਲੀ ਆਬਜੈਕਟ। तो ਆਪਾਂ ਆਬਜੈਕਟ ਨੂੰ ਸਟੋਰ ਕਰਦੇ ਹਾਂ ਹਰ ਲੋਕੇਸ਼ਨ ਦੇ ਵਿੱਚ। ਇੱਥੇ ਵੀ ਆਬਜੈਕਟ ਆ ਜਾਏਗਾ, ਇੱਥੇ ਵੀ ਆਬਜੈਕਟ ਆ ਜਾਏਗਾ, ਇੱਥੇ ਵੀ ਆਬਜੈਕਟ ਆ ਜਾਏਗਾ। तो हर लोकेशन ਦੇ ਵਿੱਚ ਇੱਕ ਆਬਜੈਕਟ ਹੋਏਗਾ। ਉਹ ਆਬਜੈਕਟ ਕੀ ਹੋਏਗਾ? that is basically PCB, that is process control block of that particular function। A ਦਾ ਪ੍ਰੋਸੈਸ ਹੈ, B ਦਾ PCB ਹੈ ਜਾਂ C ਦਾ PCB ਹੈ। So whatever that PCB is, that is represented in the form of object, and object is stored in the stack। Is that clear? So ਜਦੋਂ ਆਪਾਂ ਨੇ recursion ਹੁੰਦੀ ਹੈ, what is recursion now? recursion ਕੀ ਹੈ? ਇੱਕ ਹੀ ਫੰਕਸ਼ਨ ਹੈ, ਫਿਰ ਦੁਬਾਰਾ ਕਾਲ ਹੁੰਦਾ ਸਰ। ਫੰਕਸ਼ਨ ਆਪਣੇ ਆਪ ਨੂੰ ਕਾਲ ਕਰਦਾ ਹੈ। ਇੱਥੇ ਮੈਂ ਹੁਣ ਕੀ ਗੱਲ ਕਰ ਰਿਹਾ ਕਿ A ਨੇ B ਨੂੰ ਕਾਲ ਕੀਤਾ, B ਨੇ C ਨੂੰ ਕਾਲ ਕੀਤਾ। ਤਾਂ ਇਹ ਫੰਕਸ਼ਨ ਹੋ ਰਿਹਾ, ਇਹ ਹੋ ਰਿਹਾ, ਇਹ ਹੋ ਰਿਹਾ। ਤਾਂ ਦਿਸ ਇਜ਼ ਫੰਕਸ਼ਨ ਇਜ਼ ਕਾਲਿੰਗ ਟੂ ਸਮਵਨ ਅਨਦਰ ਫੰਕਸ਼ਨ। ਬਟ ਇਹ ਵੀ ਹੋ ਸਕਦਾ ਹੈ ਕਿ ਫੰਕਸ਼ਨ ਆਪਣੇ ਆਪ ਨੂੰ ਕਾਲ ਕਰ ਲਵੇ। ਜਦੋਂ ਫੰਕਸ਼ਨ ਆਪਣੇ ਆਪ ਨੂੰ ਕਾਲ ਕਰਦਾ ਹੈ then it is called recursion। ਭਾਵੇਂ ਉਹ recursion ਹੋਵੇ, ਭਾਵੇਂ ਫੰਕਸ਼ਨ ਕਾਲਿੰਗ ਹੋਵੇ, ਐਕਚੁਅਲ ਦੇ ਵਿੱਚ ਜਦੋਂ recursion ਹੁੰਦੀ ਹੈ ਤਾਂ ਵੀ ਇਹੀ ਕਹਾਣੀ ਹੈ। ਠੀਕ। ਸੋ ਜਿਵੇਂ ਇੱਥੇ ਹੋ ਰਹੀ ਹੈ, this is recursive function। ਦੇਖ ਰਹੇ ਕਿ ਨਹੀਂ? ਠੀਕ ਹੈ। ਆ ਕੀ ਚੀਜ਼ ਹੈ? f ਕੀ ਚੀਜ਼ ਹੈ? what is f? f is same function। ਤਾਂ ਇੱਥੇ r ਆ ਜਦੋਂ ਸਟੇਟਮੈਂਟ ਐਗਜ਼ੀਕਿਊਟ ਹੋਣੀ ਹੈ at that time ਕੀ ਹੋਏਗਾ? it is calling to itself but with lower value n-1। n ਜੇ ਇੱਥੇ 3 ਆਇਆ ਸੀਗਾ ਤਾਂ ਇਹ ਹੁਣ 2 ਨਾਲ ਆਪਣੇ ਆਪ ਨੂੰ ਕਾਲ ਕਰੇਗਾ। ਜੇ 2 ਆਇਆ ਸੀਗਾ ਤਾਂ ਨੈਕਸਟ ਟਾਈਮ ਉਹ ਆਪਣੇ ਆਪ ਨੂੰ 1 ਦੇ ਨਾਲ ਕਾਲ ਕਰੇਗਾ। ਜਦੋਂ 1 ਆਇਆ ਸੀਗਾ ਤਾਂ ਆਪਣੇ ਆਪ ਨੂੰ 0 ਦੇ ਨਾਲ ਕਾਲ ਕਰੇਗਾ। ਠੀਕ ਹੈ। तो ਜਦੋਂ 0 ਦੇ ਨਾਲ ਕਾਲ ਕਰੇਗਾ ਤਾਂ ਆ ਕੰਡੀਸ਼ਨ ਟਰੂ ਹੋ ਜਾਏਗੀ। ਜਦੋਂ ਆ ਕੰਡੀਸ਼ਨ ਟਰੂ ਹੋ ਜਾਏਗੀ ਤਾਂ ਆਹ ਰਿਟਰਨ ਕਰੇਗਾ। ਫਿਰ ਉੱਥੋਂ ਰਿਟਰਨ ਸ਼ੁਰੂ ਹੋਣਾ ਹੈ। ਜਦੋਂ ਰਿਟਰਨ ਹੋਇਆ ਤਾਂ ਕਿਹਨੂੰ ਰਿਟਰਨ ਹੋਣਾ? ਉਹ ਵਾਲੇ ਮੈਥਡ ਨੂੰ, ਉਹ ਵਾਲੇ f ਨੂੰ ਜਿਹਨੇ 1 ਨਾਲ ਕਾਲ ਕੀਤੀ ਸੀ। ਤੇ ਜਦੋਂ 1 ਵਾਲਾ ਰਿਟਰਨ ਕਰੇਗਾ ਉਹ ਕਿਹਨੂੰ ਰਿਟਰਨ ਕਰੇਗਾ? ਉਹ ਵਾਲੇ f ਨੂੰ ਜਿਹਨੇ 2 ਨਾਲ ਕਾਲ ਕੀਤੀ ਸੀ।
फिर वो अगे रिटर्न करेगा वो वाले f ਨੂੰ जिन्हें 3 ਨਾਲ ਕਾਲ ਕੀਤੀ ਸੀ। तो इस तरह करके रिकर्जन ਦੇ ਵਿੱਚ ਵੀ ਆਪਣਾ PCB ਕ੍ਰੀਏਟ ਹੁੰਦਾ ਹੈ। हर फंक्शन ने जो अगले फंक्शन ਨੂੰ ਕਾਲ ਕੀਤੀ ਜਦੋਂ ਇੱਥੋਂ ਇੱਕ 0 ਵਾਲੇ ਨੇ ਰਿਟਰਨ ਕਰਨਾ 1 ਵਾਲੇ ਨੂੰ, ਤਾਂ ਉਸ ਜਦੋਂ ਜਿੱਥੇ ਉਹ ਕਾਲ ਹੋਈ ਸੀ ਉਸ ਟਾਈਮ ਤੇ ਇੱਥੇ ਕਿਹੜੇ ਕਿਹੜੇ ਵੇਰੀਏਬਲ ਬਣ ਗਏ ਸੀ, ਉਹਨਾਂ ਦੀਆਂ ਕੀ ਵੈਲਿਊ ਸੀਗੀਆਂ, ਉਹ ਸਾਰੀਆਂ ਕਿਤੇ ਨਾ ਕਿਤੇ ਤਾਂ ਸਟੋਰ ਕਰਨੀਆਂ ਪੈਣਗੀਆਂ ਨਾ। ਤਾਂ ਜਦੋਂ 2 ਵਾਲੇ ਨੇ ਕਾਲ ਵਾਪਸ ਰਿਟਰਨ ਕਰਨਾ 3 ਵਾਲੇ ਨੂੰ, ਉਸ ਟਾਈਮ ਤੇ k ਦੀ ਵੈਲਿਊ ਕਿੰਨੀ ਸੀ, r ਦੀ ਵੈਲਿਊ ਕਿੰਨੀ ਸੀ, ਉਸ ਟਾਈਮ ਤੇ ਕਿਹੜੀ ਕਿਹੜੀ ਲਾਈਨ ਐਗਜ਼ੀਕਿਊਟ ਹੋ ਚੁੱਕੀ ਸੀ, ਇਹ ਸਾਰੀ ਇਨਫੋਰਮੇਸ਼ਨ ਆਪਾਂ ਨੂੰ ਸਟੋਰ ਕਰਨੀ ਪੈਂਦੀ ਹੈ। ਸੋ ਭਾਵੇਂ ਰਿਕਰਸਿਵ ਫੰਕਸ਼ਨ ਹੋਵੇ ਭਾਵੇਂ ਨੋਨ ਰਿਕਰਸਿਵ ਫੰਕਸ਼ਨ ਹੋਵੇ, ਉਹਦੀ ਜਿਹੜੀ ਫੰਕਸ਼ਨ ਕਾਲ ਦੀ ਜੋ ਇੰਪਲੀਮੈਂਟੇਸ਼ਨ ਹੈ that will be done with the help of stack। ਤੇ stack ਦੇ ਵਿੱਚ ਆਪਾਂ ਸਟੋਰ ਕੀ ਕਰਦੇ ਆ, ਸਟੈਕ ਦੇ ਵਿੱਚ ਆਪਾਂ ਸਟੋਰ ਕੀ ਕਰਦੇ ਆ, that is called state of the program, that is called state of the program। ਜਿਵੇਂ ਇੱਥੇ ਸੀਗਾ f ਨੂੰ ਜਦੋਂ ਆਪਾਂ ਕਾਲ ਕੀਤਾ ਤਾਂ n ਦੀ ਵੈਲਿਊ 2 ਸੀਗੀ, ਤਾਂ ਪਹਿਲਾਂ 2 ਦੇ ਨਾਲ ਕਾਲ ਕੀਤਾ, ਉਸ ਟਾਈਮ ਤੇ ਇਹ ਸਾਰੀਆਂ ਵੇਰੀਏਬਲ ਬਣ ਗਏ, ਦਿਸ ਇਜ਼ ਵਨ ਸਟੇਟ। ਜਦੋਂ ਹੁਣ 2 ਤੋਂ ਇੱਥੇ ਫੰਕਸ਼ਨ ਲਾਈਨ ਪਹੁੰਚੀ ਤਾਂ ਉਹਨੂੰ ਫਿਰ ਕਾਲ ਕੀਤਾ n ਦੀ ਵੈਲਿਊ 1, 2 - 1 1। ਹੁਣ ਆ 2 ਵਾਲਾ ਤਾਂ ਇੱਥੇ ਪਿਆ ਹੀ ਹੈ, 2 ਦੇ ਨਾਲ ਵੈਲਿਊ ਹੁਣ 1 ਦੇ ਨਾਲ ਵੀ ਕਾਲ ਹੋ ਗਈ। ਜਦੋਂ 1 ਨੇ ਅੱਗੇ ਕਾਲ ਕੀਤਾ 0 ਨੂੰ, ਤਾਂ ਦਿਸ ਇਜ਼ ਪ੍ਰੋਸੈਸ, ਦਿਸ ਇਜ਼ state of function which is called with value 1, this is state of function which is called with value 2, this is state of function which is called with value 0। तो ਜਿਹੜੀਆਂ ਵੀ ਸਟੇਟ ਬਣਦੀਆਂ ਜਾ ਰਹੀਆਂ ਨੇ ਉਹਨਾਂ ਨੂੰ ਆਪਾਂ ਨੇ ਸਟੈਕ ਦੇ ਵਿੱਚ ਪੁਸ਼ ਕਰੀ ਜਾਣਾ ਆ। ਜਦੋਂ ਆਪਾਂ ਰਿਟਰਨ ਕਰਨਾ ਤਾਂ ਸਟੈਕ ਦੇ ਵਿੱਚੋਂ ਇੱਕ ਸਟੇਟ ਕੱਢਾਂਗੇ, ਉਹਨੂੰ ਮੇਨਟੇਨ ਕਰ ਦਿਆਂਗੇ, ਉਹਦੇ ਹਿਸਾਬ ਨਾਲ এনवायरमेंट ਬਣ ਜਾਏਗਾ, ਵੇਰੀਏਬਲ ਦੀਆਂ ਵੈਲਿਊਜ਼ ਪਤਾ ਲੱਗ ਜਾਣਗੀਆਂ, ਪ੍ਰੋਸੈਸ ਆਪਣਾ ਅੱਗੇ ਚੱਲ ਪਏਗਾ। ਜਦੋਂ ਉਹਨੇ ਰਿਟਰਨ ਕਰਨਾ ਉਹ ਫਿਰ ਅੱਗੇ ਅਗਲੀ ਵੈਲਿਊ ਨੂੰ ਪੌਪ ਕਰਾਂਗੇ, ਅਗਲੇ ਆਬਜੈਕਟ ਨੂੰ ਪੌਪ ਕਰਾਂਗੇ, ਸਟੇਟ ਨੂੰ ਦੁਬਾਰਾ ਮੇਨਟੇਨ ਕਰਾਂਗੇ, ਔਰ ਇਹ ਸਾਰਾ ਪ੍ਰੋਸੈਸ ਹੁੰਦਾ ਹੈ। ਦੈਟਸ ਵਾਈ ਇਟ ਟੇਕਸ ਟਾਈਮ। ਇਹ ਸਾਰਾ ਕੁਝ ਕਰਨ ਵਾਸਤੇ ਕੀ ਚਾਹੀਦਾ ਹੈ, टाइम तो लगेगा ही ना। तो एक फंक्शन जो आप एक प्रॉब्लम नू आप मॉड्यूलर बना देने आ, आप छोटे छोटे प्रोग्राम दे विच या छोटे छोटे फंक्शन दे विच उन्होंने ब्रेक डाउन कर देने आ, तो बेसिकली आप अपने टाइम नू एग्जीक्यूशन टाइम नू इनक्रीज कर रहे हैं। जे यही सारा काम बिना फंक्शन दे विच तोड़िया कर दिता जावे, बिना फंक्शन तोड़िया कर दिता जावे, तो अपना एग्जीक्यूशन टाइम घट जाएगा, एग्जीक्यूशन फास्ट हो जाएगी। पर ਜੇ ਆਪਾਂ ਨੂੰ ਫੰਕਸ਼ਨ ਬਣਾ ਕੇ ਕੰਮ ਕਰਦੇ ਆ ਆਪਣੇ ਨੂੰ, ਪਰ ਜੇ ਐਗਜ਼ੀਕਿਊਸ਼ਨ ਫਾਸਟ ਹੁੰਦੀ ਹੈ ਤਾਂ ਉਹਦੇ ਨਾਲ ਹੋਰ ਕੀ ਚੀਜ਼ ਵੱਧਦੀ ਹੈ, ਉਹਨੂੰ ਆਪਾਂ ਕਹਿੰਦੇ ਆ ਕੰਪਲੈਕਸਿਟੀ। ਪ੍ਰੋਗਰਾਮ ਕੰਪਲੈਕਸ ਹੋ ਜਾਂਦਾ ਹੈ, ਕੰਪਲੈਕਸਿਟੀ ਇਨਕਰੀਜ਼ ਹੋ ਜਾਂਦੀ ਹੈ, ਉਹਨੂੰ ਸਮਝਣਾ ਮੁਸ਼ਕਿਲ ਹੋ ਜਾਂਦਾ, ਉਹਨੂੰ ਮੇਨਟੇਨ ਕਰਨਾ ਮੁਸ਼ਕਿਲ ਹੋ ਜਾਂਦਾ, ਉਹਦੀ ਰੀਡੇਬਿਲਿਟੀ ਘਟ ਜਾਂਦੀ ਹੈ। ਸੋ ਉਹਨਾਂ ਚੀਜ਼ਾਂ ਨੂੰ ਸੋਲਵ ਕਰਨ ਵਾਸਤੇ ਆਪਾਂ ਐਟ ਦਾ ਕਾਸਟ ਆਫ ਟਾਈਮ ਆਪਾਂ ਆਪਣੇ ਪ੍ਰੋਗਰਾਮ ਨੂੰ ਫੰਕਸ਼ਨ ਦੇ ਵਿੱਚ ਬ੍ਰੇਕ ਕਰ ਦਿੰਦੇ ਆ। ਹਾਲਾਂਕਿ ਆਪਾਂ ਨੂੰ ਪਤਾ ਹੈ ਕਿ ਫੰਕਸ਼ਨ 'ਚ ਬ੍ਰੇਕ ਕਰਨ ਦੇ ਕਰਕੇ ਆਪਣੇ ਪ੍ਰੋਗਰਾਮ ਦੀ ਥੋੜੀ ਐਗਜ਼ੀਕਿਊਸ਼ਨ ਸਪੀਡ ਜਿਹੜੀ ਆ ਉਹਦੇ ਤੇ ਫਰਕ ਪਏਗਾ, ਬਟ ਉਹ ਫਰਕ ਇੰਨਾ ਥੋੜਾ ਹੁੰਦਾ ਆ ਕਿ ਆਪਾਂ ਉਹਨੂੰ ਇਗਨੋਰ ਕਰ ਦਿੰਦੇ ਆ ਤੇ ਆਪਾਂ ਆਪਣੇ ਪ੍ਰੋਗਰਾਮ ਨੂੰ ਬਹੁਤ ਈਜ਼ੀ ਬਣਾ ਲੈਂਦੇ ਆ, ਉਹਨੂੰ ਉਹਦੀ ਰੀਡੇਬਿਲਿਟੀ, ਉਹਦੀ ਮੇਨਟੇਨੇਬਿਲਿਟੀ, ਹਰ ਚੀਜ਼ ਜਿਹੜੀ ਉਹ ਵਧੀਆ ਹੋ ਜਾਂਦੀ ਹੈ, ਉਹਦੀ ਕੰਪਲੈਕਸਿਟੀ ਜਿਹੜੀ ਉਹ ਘਟ ਜਾਂਦੀ ਹੈ। ਠੀਕ ਹੈ, ਸੋ ਇਸ ਚੀਜ਼ ਨੂੰ ਇੰਪਲੀਮੈਂਟ ਕਰਨ ਲਈ ਵੀ ਫਰਦਰ ਆਪਾਂ ਨੂੰ ਕੀ ਚਾਹੀਦੇ ਨੇ, ਸਟੈਕ। ਸੋ recursive call to f get pushed into the stack। ਜਿੰਨੀਆਂ ਵੀ recursive calls ਹੋਣਗੀਆਂ, ਹਰ ਕਾਲ ਦੇ ਉੱਤੇ ਆਪਣੇ ਕੋਲ ਇੱਕ state create ਹੋਏਗੀ, that state will be pushed into the stack। multiple copies of function each with different arguments and local variable values at the different lines in function that information will be stored। so ਇਹ ਸਾਰੀ information ਹੈ ਜਿਹੜੀ ਕਿ store ਕੀਤੀ ਜਾਂਦੀ ਹੈ। so all computer really need to remember for each active function call value of arguments and the local variable। ਠੀਕ ਹੈ, ਜਦੋਂ ਵੀ ਐਕਟਿਵ ਫੰਕਸ਼ਨ ਕਾਲ ਹੁੰਦੀ ਹੈ, ਜਦੋਂ ਵੀ ਉਸ ਫੰਕਸ਼ਨ ਨੂੰ ਕੋਈ ਕਾਲ ਪੈਂਦੀ ਹੈ, ਐਟ ਦੈਟ ਟਾਈਮ ਉਹਦੇ ਆਰਗੂਮੈਂਟਸ ਦੀ ਕੀ ਵੈਲਿਊ ਸੀ, ਲੋਕਲ ਵੇਰੀਏਬਲ ਦੀ ਕੀ ਵੈਲਿਊ ਸੀ, ਨੈਕਸਟ ਇੰਸਟਰਕਸ਼ਨ ਕਿਹੜੀ ਐਗਜ਼ੀਕਿਊਟ ਹੋਣੀ ਹੈ, all this information is required। ਕਦੋਂ ਰਿਕੁਆਇਰਡ ਹੁੰਦੀ ਹੈ, ਜਦੋਂ ਕੰਟਰੋਲ ਵਾਪਸ ਆਏਗਾ ਇਸ ਫੰਕਸ਼ਨ ਦੇ ਕੋਲ। ਜਦੋਂ A ਨੇ B ਨੂੰ ਕਾਲ ਕੀਤਾ ਤਾਂ ਜਦੋਂ B ਤੋਂ ਵਾਪਸ ਕੰਟਰੋਲ ਆਏਗਾ ਤਾਂ ਆਪਾਂ ਨੂੰ ਇਹ ਸਾਰੀ ਇਨਫੋਰਮੇਸ਼ਨ ਚਾਹੀਦੀ ਹੈ, ਤਾਂ ਉਹਨੂੰ ਕਿਤੇ ਨਾ ਕਿਤੇ ਸਟੋਰ ਕਰਨਾ ਪਏਗਾ। ਸੋ ਆਪਾਂ ਉਹ ਸਾਰੀ ਇਨਫੋਰਮੇਸ਼ਨ ਨੂੰ ਸਟੈਕ ਦੇ ਵਿੱਚ ਸਟੋਰ ਕਰਦੇ ਆ ਤੇ ਸਟੈਕ ਦੇ ਵਿੱਚੋਂ ਹੀ ਉਹਨੂੰ ਆਪਾਂ ਰਿਟਰੀਵ ਕਰਦੇ ਆ। ਸੋ ਇਟ ਇਜ਼ several piece of data that is wrapped together।
ठीक। तो दैट सेवरल पीस ऑफ डाटा ਜਦੋਂ ਆਪਾਂ ਸਟੋਰ ਕਰਨਾ ਤਾਂ ਕੀ ਕੁਝ ਸਟੋਰ ਕਰਨਾ, ਦੇਖੋ ਕਿੰਨੀ ਇਨਫੋਰਮੇਸ਼ਨ ਹੈ ਜਿਹੜੀ ਆਪਾਂ ਨੇ ਸਟੋਰ ਕਰਨੀ ਹੈ। ਠੀਕ, ਸਾਰੇ ਵੇਰੀਏਬਲ ਉਹਨਾਂ ਦੀ ਸਟੇਟ, ਸਾਰੇ ਵੇਰੀਏਬਲ ਉਹਨਾਂ ਦੀ ਸਟੇਟ, ਇਹ ਸਾਰੀ ਇਨਫੋਰਮੇਸ਼ਨ ਸਟੋਰ ਹੁੰਦੀ ਹੈ ਇਹਦੇ ਵਿੱਚ। ਠੀਕ, I hope it is clear now. Next ਜਿਹੜਾ ਆਪਣਾ ਟੌਪਿਕ ਹੈ that is about expression evaluation, stack for parsing arithmetic expression। arithmetic expression ਆਪਾਂ ਪਹਿਲਾਂ stack ਨੂੰ यूज ਕੀਤਾ ਇਹ find out ਕਰਨ ਲਈ ਕਿ arithmetic expression ਸਹੀ ਹੈ ਕਿ ਨਹੀਂ ਹੈ, ਬ੍ਰੈਕਟਾਂ ਸਹੀ ਪਈਆਂ ਹੋਈਆਂ ਨੇ ਕਿ ਨਹੀਂ ਪਈਆਂ ਹੋਈਆਂ। ਠੀਕ ਹੈ, ਹੁਣ ਆਪਾਂ ਇਹ ਦੇਖਣ ਲਈ ਦੇਖਾਂਗੇ ਕਿ ਉਹਨੂੰ ਇਵੈਲੂਏਟ ਕਿਵੇਂ ਕਰਨਾ ਹੈ, ਉਹਨੂੰ ਪਾਰਸ ਕਿਵੇਂ ਕਰਨਾ। ਪਾਰਸ ਕਰਨ ਦਾ ਮਤਲਬ ਕੀ ਹੈ ਕਿ ਸੱਜੇ ਤੋਂ ਖੱਬੇ ਜਾਂ ਖੱਬੇ ਤੋਂ ਸੱਜੇ ਉਹਨੂੰ ਚੈੱਕ ਕਰਨਾ ਕਿ ਉਹ ਸਾਰੀ ਨੋਟੇਸ਼ਨ ਸਹੀ ਲਿਖੀ ਹੋਈ ਹੈ ਕਿ ਨਹੀਂ ਲਿਖੀ ਹੋਈ। तो तीन तरह दियां अपनी नोटेशन ਹੁੰਦੀਆਂ ਨੇ, वन इज इनफिक्स, अनदर वन इज प्रीफिक्स, थर्ड वन इज पोस्टफिक्स। मे भी ਤੁਸੀਂ ਇਹਨਾਂ ਦੇ ਨਾਮ ਸੁਣੇ ਹੋਣ। ਇਨਫਿਕਸ ਨੋਟੇਸ਼ਨ ਉਹ ਨੋਟੇਸ਼ਨ ਹੈ ਜਿਹੜੀ ਆਪਾਂ ਹਿਊਮਨ ਬੀਇੰਗਸ ਯੂਜ਼ ਕਰਦੇ ਆ, ਜਿਹਦੇ ਵਿੱਚ ਜਿਹੜਾ ਆਪਰੇਟਰ ਹੈ ਉਹ ਸੈਂਟਰ ਦੇ ਵਿੱਚ ਰੱਖਦੇ ਆ ਤੇ ਓਪੇਰੈਂਟ ਜਿਹੜੇ ਆ ਉਹ ਸਾਈਡਾਂ ਤੇ ਹੁੰਦੇ ਨੇ। ਸੋ these are called operands। one is operands, another one is operator। what is the difference? operator ਕੀ ਦੱਸਦਾ ਆਪਾਂ ਨੂੰ? operator ਇਹ ਦੱਸਦਾ ਕਿ ਕਿਹੜਾ ਐਕਸ਼ਨ ਹੋਣਾ ਹੈ, what action is to be performed, that is informed by the operator। ਜਿਵੇਂ ਪਲੱਸ ਆਪਾਂ ਨੂੰ ਇਹ ਦੱਸੇਗਾ ਕਿ ਇਹਨਾਂ ਦੋਨਾਂ ਦੀਆਂ ਵੈਲਿਊ a ਔਰ b ਦੀਆਂ ਵੈਲਿਊ ਨੂੰ ਆਪਾਂ ਨੇ ਐਡ ਕਰਨਾ ਹੈ। ਠੀਕ, ਮਾਈਨਸ ਇਹ ਦੱਸੇਗਾ ਕਿ ਸਬਟ੍ਰੈਕਟ ਕਰਨਾ ਹੈ। ਤਾਂ ਆਪਰੇਟਰ ਆਪਾਂ ਨੂੰ ਇਹ ਦੱਸਦਾ ਕਿ ਕੀ ਐਕਸ਼ਨ ਹੋਏਗਾ। ਓਪੇਰੈਂਟ ਤੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਕਿੰਨਾ ਦੇ ਉੱਪਰ ਐਕਸ਼ਨ ਹੋਏਗਾ। ਪਲੱਸ ਕਿੰਨਾ ਦੇ ਉੱਪਰ ਹੋਣਾ ਹੈ, a ਔਰ b ਦੇ ਉੱਪਰ ਹੋਣਾ ਹੈ। ਸੋ ਓਪੇਰੈਂਟ ਦਾ तो operands and operator दो तरह दी अपने कोल चीजां होंदियां ने किसी भी एक्सप्रेशन। एवरी एक्सप्रेशन कंसिस्ट ऑफ operands and operators। कोई भी एक्सप्रेशन, मैथमेटिकल एक्सप्रेशन की गल कर रहे हैं ਤਾਂ ਆਪਰੇਟਰ ਆਪਾਂ ਨੂੰ ਇਹ ਦੱਸਦੇ ਨੇ ਕਿ ਕੀ ਕੰਮ ਹੋਣਾ ਆ, ਓਪੇਰੈਂਟਸ ਆਪਾਂ ਨੂੰ ਇਹ ਦੱਸਦੇ ਨੇ ਕਿ ਕਿੰਨਾ ਦੇ ਉੱਪਰ ਕੰਮ ਹੋਣਾ ਹੈ। ਤਾਂ ਇਹ ਜਿਹੜੀ ਇਨਫੋਰਮੇਸ਼ਨ ਹੈ ਇਹਨੂੰ ਦੱਸਣ ਦੇ ਤਿੰਨ ਤਰੀਕੇ ਹੈ, ਇਨਫਿਕਸ, ਪ੍ਰੀਫਿਕਸ ਤੇ ਪੋਸਟਫਿਕਸ। ਸੋ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਪਾਰਸਿੰਗ ਦੀ ਜ਼ਰੂਰਤ ਪੈਂਦੀ ਹੈ ਅਰਥਮੈਟਿਕ ਐਕਸਪ੍ਰੈਸ਼ਨ ਨੂੰ। ਜਦੋਂ ਵੀ ਆਪਾਂ ਅਰਥਮੈਟਿਕ ਐਕਸਪ੍ਰੈਸ਼ਨ ਨੂੰ ਇਵੈਲੂਏਟ ਕਰਨਾ ਹੈ ਕਿ ਉਹਦਾ ਆਨਸਰ ਕੀ ਆਇਆ, ਉਹਨੂੰ ਇਵੈਲੂਏਟ ਕਰਨ ਲਈ ਆਪਾਂ ਨੂੰ ਪਾਰਸਿੰਗ ਕਰਨੀ ਪਏਗੀ। ਪਾਰਸਿੰਗ ਕਰਨ ਦੇ ਦੋ ਤਰੀਕੇ ਹੁੰਦੇ, ਜਾਂ ਤਾਂ ਆਪਾਂ ਸੱਜੇ ਤੋਂ ਖੱਬੇ ਜਾਂ ਖੱਬੇ ਤੋਂ ਸੱਜੇ ਚੈੱਕ ਕਰਦੇ ਆ। ਡਿਪੈਂਡ ਕਰਦਾ ਕਿ ਕਿਸ ਤਰ੍ਹਾਂ ਦੀ ਨੋਟੇਸ਼ਨ ਆਪਾਂ ਯੂਜ਼ ਕੀਤੀ ਹੈ ਐਕਸਪ੍ਰੈਸ਼ਨ ਨੂੰ ਲਿਖਣ ਵਾਸਤੇ। ਐਕਸਪ੍ਰੈਸ਼ਨ ਨੂੰ ਲਿਖਣ ਲਈ ਸਾਡੇ ਕੋਲ ਤਿੰਨ ਤਰ੍ਹਾਂ ਦੀਆਂ ਨੋਟੇਸ਼ਨ ਹੈਗੀਆਂ ਨੇ, ਇਨਫਿਕਸ, ਪ੍ਰੀਫਿਕਸ ਐਂਡ ਪੋਸਟਫਿਕਸ। ਇਨਫਿਕਸ ਨੋਟੇਸ਼ਨ ਜਿਹੜੀ ਆਪਾਂ ਹਿਊਮਨ ਬੀਇੰਗ ਯੂਜ਼ ਕਰਦੇ ਆ, ਜਿਹਦੇ ਵਿੱਚ ਆਪਾਂ ਸੈਂਟਰ ਦੇ ਵਿੱਚ ਆਪਣੇ ਆਪਰੇਟਰ ਨੂੰ ਰੱਖਾਂਗੇ ਔਰ ਸਾਈਡਾਂ ਤੇ ਆਪਾਂ ਸੱਜੇ ਤੇ ਖੱਬੇ ਪਾਸੇ ਦੋਨੋਂ ਸਾਈਡ ਤੇ ਆਪਾਂ ਆਪਣੇ ਆਪਰੈਂਟ ਨੂੰ ਰੱਖਾਂਗੇ। ਦੈਨ ਪ੍ਰੀਫਿਕਸ ਨੋਟੇਸ਼ਨ ਹੈ, ਪ੍ਰੀਫਿਕਸ ਦੇ ਵਿੱਚ ਆਪਰੇਟਰ ਜਿਹੜਾ ਹੈ ਪਹਿਲਾਂ ਆਂਦਾ ਹੈ, then first operand, then second operand। this is also called polish notation। then ਉਸ ਤੋਂ ਬਾਅਦ postfix notation ਵੀ ਹੈ, ਜਿਹਦੇ ਵਿੱਚ ਆਪਾਂ ਪਹਿਲਾ operand, ਦੂਸਰਾ operand ਤੇ ਉਸ ਤੋਂ ਬਾਅਦ ਜਿਹੜਾ ਆਪਣਾ ਆਪਰੇਟਰ ਹੈ ਉਹ ਆਪਾਂ ਲਾਸਟ ਦੇ ਵਿੱਚ ਲੈ ਜਾਂਦੇ ਆ। ਦੈਟਸ ਵਾਈ ਇਟ ਇਜ਼ ਕਾਲਡ ਪੋਸਟਫਿਕਸ। ਤੇ ਇਹਦਾ ਦੂਸਰਾ ਨਾਮ ਹੈ ਰਿਵਰਸ ਪੋਲਿਸ਼ ਨੋਟੇਸ਼ਨ। ਸੋ ਵਨ ਇਜ਼ ਇਨਫਿਕਸ ਨੋਟੇਸ਼ਨ, ਸੈਕੰਡ ਵਨ ਇਜ਼ ਪੋਲਿਸ਼ ਨੋਟੇਸ਼ਨ, ਥਰਡ ਵਨ ਇਜ਼ ਰਿਵਰਸ ਪੋਲਿਸ਼ ਨੋਟੇਸ਼ਨ। ਪੋਲਿਸ਼ ਨੋਟੇਸ਼ਨ ਜਿਹਨੂੰ ਆਪਾਂ ਪ੍ਰੀਫਿਕਸ ਨੋਟੇਸ਼ਨ ਵੀ ਕਹਿੰਦੇ ਆ, ਔਰ ਇਹਦੇ ਵਿੱਚ ਆਪਰੇਟਰ ਜਿਹੜਾ ਹੈ ਪਹਿਲਾਂ ਆਂਦਾ ਹੈ, ਆਪਰੈਂਟ ਬਾਅਦ ਚ ਆਂਦੇ ਨੇ। ਰਿਵਰਸ ਪੋਲਿਸ਼ ਨੋਟੇਸ਼ਨ ਜਿਹਦਾ ਨਾਮ ਪੋਸਟਫਿਕਸ ਨੋਟੇਸ਼ਨ ਹੈ, ਜਿਹਦੇ ਵਿੱਚ ਆਪਰੈਂਟ ਪਹਿਲਾਂ ਆਂਦੇ ਨੇ ਤੇ ਆਪਰੇਟਰ ਆਪਣਾ ਬਾਅਦ ਵਿੱਚ ਆਂਦਾ ਹੈ। ਤੇ both pre and postfix require no parenthesis to denote the precedence। now what is precedence? what is precedence? ਸਰ ਵੀ ਪਹਿਲਾਂ ਪਲੱਸ ਹੋਊਗਾ ਮਲਟੀਪਲਾਈ ਹੋਣਗੇ। ਹਾਂ, ਵੈਰੀ ਗੁੱਡ। ਜਿਹੜੀ ਪ੍ਰਾਇੋਰਟੀ ਹੈ ਆਪਰੇਟਰ ਦੀ, ਆਪਣੀ ਹਰ ਆਪਰੇਟਰ ਦੀ ਪ੍ਰਾਇੋਰਟੀ ਲੱਗੀ ਹੋਈ ਹੈ, ਉਸ ਪ੍ਰਾਇੋਰਟੀ ਦੇ ਹਿਸਾਬ ਨਾਲ ਹੀ ਆਪਾਂ ਇਵੈਲੂਏਟ ਕਰਦੇ ਹਾਂ ਕਿਸੇ ਵੀ ਐਕਸਪ੍ਰੈਸ਼ਨ ਨੂੰ। ਜਿਵੇਂ ਜੇ ਬੱਚਿਆਂ ਨੇ ਕਿਸੇ ਨੇ ਮੈਥ ਪੜ੍ਹਿਆ ਹੋਵੇ ਚੰਗੀ ਤਰ੍ਹਾਂ 10ਵੀਂ ਤੱਕ, ਤਾਂ ਉਹਨਾਂ ਨੂੰ ਪਤਾ ਹੋਏਗਾ ਇੱਕ ਬॉड ਮੈਥ ਦਾ ਫਾਰਮੂਲਾ ਹੁੰਦਾ ਹੈ ਨਾ, ਬॉड ਮੈਥ, ਕਿ ਆਪਾਂ ਪਹਿਲਾਂ ਬ੍ਰੈਕਟ, ਫਿਰ ਆਫ, ਦੈਨ ਡਿਵੀਜ਼ਨ, ਦੈਨ ਮਲਟੀਪਲੀਕੇਸ਼ਨ, ਐਡੀਸ਼ਨ ਐਂਡ ਸਬਟ੍ਰੈਕਸ਼ਨ। ਇਸ ਤਰ੍ਹਾਂ ਕਰਕੇ ਆਪਾਂ ਪ੍ਰਾਇੋਰਟੀ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਕਿਸ ਚੀਜ਼ ਨੂੰ ਆਪਾਂ ਨੇ ਇਵੈਲੂਏਟ ਕਰਨਾ ਹੈ। ਤਾਂ ਜਿਹੜੀ ਪ੍ਰੀਫਿਕਸ ਹੈ ਜਾਂ ਪੋਸਟਫਿਕਸ ਨੋਟੇਸ਼ਨ ਹੈ, ਦੋਨੋਂ ਹੀ ਨੋਟੇਸ਼ਨ ਦੇ ਵਿੱਚ ਆਪਾਂ ਬ੍ਰੈਕਟਾਂ ਨੂੰ ਯੂਜ਼ ਨਹੀਂ ਕਰਦੇ। ਨੋ ਪੈਰੈਂਥੇਸਿਸ ਆਰ ਯੂਜ਼ਡ ਟੂ ਡਿਨੋਟ ਦਾ precedence। ਬਟ ਇਨ ਫਿਕਸ ਨੋਟੇਸ਼ਨ ਦੇ ਵਿੱਚ ਆਪਾਂ ਨੂੰ ਬ੍ਰੈਕਟਾਂ ਯੂਜ਼ ਕਰਨੀਆਂ ਪੈਂਦੀਆਂ ਨੇ, ਕਾਦੇ ਲਈ? ਪ੍ਰੈਸੀਡੈਂਸ ਦੱਸਣ ਲਈ। ਜਿਵੇਂ a + b × c,
ਤਾਂ ਪਹਿਲਾਂ ਪਲੱਸ ਹੋਣਾ ਹੈ ਕਿ ਪਹਿਲਾਂ ਮਲਟੀਪਲਾਈ ਹੋਣਾ ਹੈ a ਦਾ ਔਰ a ਦਾ, ਦੋਨਾਂ ਦਾ ਰਿਜ਼ਲਟ ਜਿਹੜਾ ਹੈ ਉਹ ਡਿਫਰੈਂਟ ਆਏਗਾ। ਇੱਥੇ ਪਹਿਲਾਂ ਪਲੱਸ ਹੋਏਗਾ ਤੇ ਫਿਰ ਮਲਟੀਪਲੀਕੇਸ਼ਨ ਹੋਏਗਾ, ਇੱਥੇ ਪਹਿਲਾਂ ਮਲਟੀਪਲੀਕੇਸ਼ਨ ਹੋਏਗਾ ਤੇ ਫਿਰ ਐਡੀਸ਼ਨ ਹੋਏਗੀ। ਤੋ ਇਸ ਚੀਜ਼ ਨੂੰ ਦੱਸਣ ਵਾਸਤੇ ਇਨਫਿਕਸ ਨੋਟੇਸ਼ਨ ਦੇ ਵਿੱਚ ਆਪਾਂ ਬ੍ਰੈਕਟ ਯੂਜ਼ ਕਰਦੇ ਆ, ਬਟ ਪੋਸਟ ਫਿਕਸ ਨੋਟੇਸ਼ਨ ਦੇ ਵਿੱਚ ਕੋਈ ਵੀ ਬ੍ਰੈਕਟ ਨਹੀਂ ਹੁੰਦੀ, ਜਾਂ ਪ੍ਰੀਫਿਕਸ ਨੋਟੇਸ਼ਨ ਦੇ ਵਿੱਚ ਕੋਈ ਵੀ ਬ੍ਰੈਕਟ ਨਹੀਂ ਹੁੰਦੀ। ਤੋ ਜਿਹੜੀ ਲਿਸਪ ਲੈਂਗੁਏਜ ਹੈ, ਇਟ ਇਜ਼ ਵਨ ਆਫ ਦੀ ਲੈਂਗੁਏਜ that uses Polish notation, and fourth language uses RPN, that is reverse Polish notation। HP ਨੇ ਸਭ ਤੋਂ ਪਹਿਲਾਂ ਕੈਲਕੂਲੇਟਰਸ ਬਣਾਏ ਸੀਗੇ ਜਿਹੜੇ ਕਿ ਸਭ ਤੋਂ ਪਹਿਲਾਂ RPN ਸਿਸਟਮ ਨੂੰ ਯੂਜ਼ ਕਰਦੇ ਸੀ। HP ਕੰਪਨੀ ਬਾਰੇ ਸੁਣਿਆ ਹੀ ਹੋਏਗਾ ਤੁਸੀਂ, HP ਦੀ ਕੰਪਨੀ ਬਾਰੇ ਸੁਣਿਆ, HP ਦੇ ਲੈਪਟਾਪਸ ਆਉਂਦੇ ਨੇ ਹੈਨਾ, ਮੋਬਾਈਲ ਆਪਣਾ Yes, sir. ਪ੍ਰਿੰਟਰਸ ਆਉਂਦੇ ਨੇ, ਤਾਂ ਉਸੇ ਕੰਪਨੀ ਨੇ ਸਭ ਤੋਂ ਪਹਿਲਾਂ ਕੈਲਕੂਲੇਟਰਸ ਬਣਾਏ ਸੀਗੇ, ਔਰ ਕੈਲਕੂਲੇਟਰ ਦੇ ਵਿੱਚ ਜਿਹੜੀ ਕੈਲਕੂਲੇਸ਼ਨ ਹੁੰਦੀ ਹੈ ਉਹ ਰਿਵਰਸ ਪੋਲਿਸ਼ ਨੋਟੇਸ਼ਨ, ਦੈਟ ਇਜ਼ ਇਸ ਨੋਟੇਸ਼ਨ ਦੇ ਨਾਲ ਹੁੰਦੀ ਹੈ ਜਿਹਨੂੰ ਆਪਾਂ ਪੋਸਟ ਫਿਕਸ ਨੋਟੇਸ਼ਨ ਕਹਿੰਦੇ ਆ। ਕੰਪਿਊਟਰਸ ਵੀ ਇੰਟਰਨਲੀ ਪ੍ਰੀਫਿਕਸ ਜਾਂ ਪੋਸਟ ਫਿਕਸ ਨੋਟੇਸ਼ਨ ਨੂੰ ਯੂਜ਼ ਕਰਕੇ ਕੈਲਕੂਲੇਸ਼ਨ ਕਰਦੇ ਆ। ਆਪਾਂ ਹਿਊਮਨ ਬੀਇੰਗਸ ਭਾਵੇਂ ਉਹਨੂੰ ਇਸ ਤਰ੍ਹਾਂ ਐਕਸਪ੍ਰੈਸ਼ਨ ਦਈਏ, ਉਹ ਇਹਨੂੰ ਪਹਿਲਾਂ ਪੋਸਟ ਫਿਕਸ ਦੇ ਵਿੱਚ ਕਨਵਰਟ ਕਰੇਗਾ, ਫਿਰ ਉਹਦੀ ਇਵੈਲੂਏਸ਼ਨ ਕਰੇਗਾ। ਠੀਕ, ਪੋਸਟ ਫਿਕਸ ਦੇ ਵਿੱਚ ਕਨਵਰਟ ਕਰਨ ਦਾ ਕੀ ਪਰਪਸ ਹੈ, ਕਿਉਂਕਿ ਪੋਸਟ ਫਿਕਸ ਦੇ ਵਿੱਚ ਪੈਰੇਂਥੀਸਿਸ ਯੂਜ਼ ਨਹੀਂ ਹੁੰਦੀਆਂ ਪ੍ਰਾਇੋਰਟੀ ਵਾਸਤੇ। ਜਿਹੜੀ ਜਿਸ ਆਰਡਰ ਦੇ ਵਿੱਚ ਐਕਸਪ੍ਰੈਸ਼ਨ ਲਿਖਿਆ ਗਿਆ ਹੈ, ਇਹਦੀ ਇਵੈਲੂਏਸ਼ਨ ਕਰਨ ਦਾ ਇੱਕ ਖਾਸ ਤਰੀਕਾ ਹੁੰਦਾ ਹੈ। ਉਸ ਤਰੀਕੇ ਦੇ ਨਾਲ ਜਿਹੜੀ ਆਪਣੇ ਪ੍ਰਾਇੋਰਟੀ ਹੈ ਉਹ ਆਟੋਮੈਟਿਕਲੀ ਕੰਸੀਡਰ ਹੋ ਜਾਂਦੀ ਹੈ, ਉਹਦੇ 'ਚ ਆਪਾਂ ਨੂੰ ਕੁਝ ਧਿਆਨ ਰੱਖਣ ਦੀ ਜ਼ਰੂਰਤ ਨਹੀਂ ਹੁੰਦੀ। ਬਟ ਇਨਫਿਕਸ ਦੇ ਵਿੱਚ ਜੇ ਆਪਾਂ ਬ੍ਰੈਕਟਾਂ ਪਾਉਣੀਆਂ ਭੁੱਲ ਗਏ ਜਾਂ ਗਲਤ ਬ੍ਰੈਕਟਾਂ ਪਾਤੀਆਂ ਤਾਂ ਕੋਈ ਨਾ ਕੋਈ ਪ੍ਰੋਬਲਮ ਗਲਤ ਹੋ ਸਕਦੀ ਹੈ, ਆਪਣੇ ਆਨਸਰ ਜਿਹੜੇ ਨੇ ਉਹ ਗਲਤ ਹੋ ਸਕਦੇ ਹੁੰਦੇ ਆ। ਤੋ ਇਸ ਕਰਕੇ ਕੰਪਿਊਟਰ ਸਿਸਟਮ ਜਾਂ ਜਿੰਨੇ ਵੀ ਮਸ਼ੀਨ ਹੈ, ਕੈਲਕੂਲੇਸ਼ਨ ਹੈ, ਕੈਲਕੂਲੇਟਰਸ ਨੇ, ਉਹ ਜਾਂ ਤਾਂ ਪੋਸਟ ਫਿਕਸ ਯੂਜ਼ ਕਰਦੇ ਆ ਜਾਂ ਪ੍ਰੀਫਿਕਸ ਨੋਟੇਸ਼ਨ ਨੂੰ ਯੂਜ਼ ਕਰਦੇ ਆ। ਹਿਊਮਨ ਬੀਇੰਗ ਇਨਫਿਕਸ ਨੋਟੇਸ਼ਨ ਨੂੰ ਯੂਜ਼ ਕਰਦੇ ਆ। ਆਪਾਂ ਇਸ ਤਰ੍ਹਾਂ ਦਾ ਐਕਸਪ੍ਰੈਸ਼ਨ ਆਪਣੇ ਸਾਹਮਣੇ ਆ ਗਿਆ, ਆਪਾਂ ਤਾਂ ਉਲਝ ਜਾਂਦੇ ਵੀ ਆ ਕੀ ਆ ਗਿਆ ਹੈ, ਇਹਨੂੰ ਕਿਵੇਂ ਇਵੈਲੂਏਟ ਕਰੀਏ। ਬਟ ਕੰਪਿਊਟਰ ਵਾਸਤੇ ਇਸ ਚੀਜ਼ ਨੂੰ ਇਵੈਲੂਏਟ ਕਰਨਾ ਸੌਖਾ ਆ, ਇਸ ਚੀਜ਼ ਨੂੰ ਇਵੈਲੂਏਟ ਕਰਨਾ ਔਖਾ ਆ। ਸੋ ਹੁਣ ਨਵੀਂ ਪ੍ਰੋਬਲਮ ਆ ਗਈ ਕਿ ਇਹਨਾਂ ਨੂੰ ਇੱਥੋਂ ਟਰਾਂਸਲੇਟ ਕਿਵੇਂ ਕਰੀਏ। ਸੋ ਆਪਾਂ ਨੂੰ ਇਨਫਿਕਸ ਤੋਂ ਪੋਸਟ ਫਿਕਸ ਟ੍ਰਾਂਸਲੇਸ਼ਨ, ਇਨਫਿਕਸ ਤੋਂ ਪ੍ਰੀਫਿਕਸ ਟ੍ਰਾਂਸਲੇਸ਼ਨ, ਪੋਸਟ ਫਿਕਸ ਤੋਂ ਇਨਫਿਕਸ ਟ੍ਰਾਂਸਲੇਸ਼ਨ ਤੇ ਪ੍ਰੀਫਿਕਸ ਤੋਂ ਇਨਫਿਕਸ ਟ੍ਰਾਂਸਲੇਸ਼ਨ, ਫਿਰ ਪੋਸਟ ਫਿਕਸ ਦੇ ਤੋਂ ਪ੍ਰੀਫਿਕਸ ਤੇ ਪ੍ਰੀਫਿਕਸ ਤੋਂ ਪੋਸਟ ਫਿਕਸ। ਇਹ ਸਾਰੀਆਂ ਟ੍ਰਾਂਸਲੇਸ਼ਨ ਕਲੀਅਰ ਹੋਣੀਆਂ ਚਾਹੀਦੀਆਂ ਨੇ, ਤਾਂ ਆਪਣੇ ਗੱਲ ਬਣਦੀ ਹੈ, ਤਾਂ ਆਪਾਂ ਪ੍ਰੋਗਰਾਮ ਬਣਾ ਸਕਾਂਗੇ। ਸੋ ਆਪਣੇ ਜਿਹੜੇ ਹੁਣ ਨੈਕਸਟ ਜਿਹੜੀ ਹੈਗਾ ਲੈਕਚਰ, ਉਹ ਇਸੇ ਚੀਜ਼ ਦੇ ਉੱਤੇ ਬੇਸਡ ਹੈਗੇ ਨੇ। 2-3 ਲੈਕਚਰ ਆਪਣੇ ਲੱਗਣਗੇ ਕਿ ਇਹਨਾਂ ਸਾਰੀਆਂ ਨੋਟੇਸ਼ਨਾਂ ਨੂੰ ਆਪਸ ਦੇ ਵਿੱਚ ਚੇਂਜ ਕਿਵੇਂ ਕਰਨਾ ਹੈ, ਟ੍ਰਾਂਸਲੇਟ ਕਿਵੇਂ ਕਰਨਾ ਹੈ। ਇਨਫਿਕਸ ਕਿਉਂ ਬਣਾਉਣਾ ਹੈ, ਕਿਉਂਕਿ ਜਦੋਂ ਆਪਾਂ ਡਿਸਪਲੇ ਕਰਨਾ ਹੈ, ਮੋਨੀਟਰ ਦੇ ਉੱਪਰ ਡਿਸਪਲੇ ਕਰਨਾ ਹੈ, ਤਾਂ ਆਪਾਂ ਉਹਨੂੰ ਇਨਫਿਕਸ ਬਣਾ ਕੇ ਡਿਸਪਲੇ ਕਰਾਂਗੇ। ਆਪਾਂ ਉਹਨੂੰ ਪੋਸਟ ਫਿਕਸ ਦੀ ਫਾਰਮ 'ਚ ਡਿਸਪਲੇ ਨਹੀਂ ਕਰਾਂਗੇ, ਪ੍ਰੀਫਿਕਸ ਦੀ ਫਾਰਮ 'ਚ ਡਿਸਪਲੇ ਨਹੀਂ ਕਰਾਂਗੇ, ਕਿਉਂਕਿ ਆਮ ਬੰਦੇ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ। ਜਿੰਨੇ ਕੰਪਿਊਟਰ ਪੜ੍ਹਿਆ ਜਾਂ ਜਿੰਨੇ ਮੈਥਮੈਟਿਕਸ ਪੜ੍ਹਿਆ ਉਹਨੂੰ ਤਾਂ ਪਤਾ ਹੁੰਦਾ ਹੈ, ਬਟ ਜਿਹੜਾ ਹਿਸਟਰੀ ਪੜ੍ਹ ਰਿਹਾ, ਹਿੰਦੀ ਪੜ੍ਹ ਰਿਹਾ, ਪੰਜਾਬੀ ਪੜ੍ਹ ਰਿਹਾ, ਉਹਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ। ਬਟ ਆਹ ਇੱਕ ਇਹੋ ਜਿਹੀ ਨੋਟੇਸ਼ਨ ਹੈ ਜਿਹੜੀ ਸਾਰਿਆਂ ਨੇ ਵੇਖੀ ਹੁੰਦੀ ਹੈ। ਸੋ ਜਦੋਂ ਆਪਾਂ ਕੈਲਕੂਲੇਸ਼ਨ ਕਰਨੀਆਂ ਨੇ, ਆਪਾਂ ਇਹਨੂੰ ਇੱਧਰੋਂ ਚੱਕ ਕੇ ਲੈ ਕੇ ਜਾਵਾਂਗੇ ਪੋਸਟ ਫਿਕਸ ਫਾਰਮ ਦੇ ਵਿੱਚ, ਕੰਪਿਊਟਰ ਕੈਲਕੂਲੇਸ਼ਨ ਕਰੇਗਾ, ਕੈਲਕੂਲੇਸ਼ਨ ਤੋਂ ਬਾਅਦ ਵਾਪਸ ਉਹਨੂੰ ਡਿਸਪਲੇ ਕਰਨ ਵਾਸਤੇ ਫਿਰ ਆਪਾਂ ਇਨਫਿਕਸ ਨੋਟੇਸ਼ਨ 'ਚ ਉਹਨੂੰ ਕਨਵਰਟ ਕਰਾਂਗੇ ਤੇ ਆਪਾਂ ਉਹਨੂੰ ਡਿਸਪਲੇ ਕਰਾਂਗੇ। ਤੋ ਆਈ ਹੋਪ ਕਿ ਤੁਹਾਨੂੰ ਰੀਜ਼ਨਿੰਗ ਕਲੀਅਰ ਹੈ ਸਾਰੀ, ਹੁਣ ਵੀ ਕਿਉਂ ਕਰ ਰਹੇ ਆਪਾਂ ਇਹ ਸਾਰਾ ਕੰਮ। ਹੁਣ ਕਿਵੇਂ ਹੋਏਗਾ ਉਹ ਆਪਾਂ ਨੈਕਸਟ ਸਲਾਈਡ ਦੇ ਵਿੱਚ ਦੇਖਾਂਗੇ। ਪਹਿਲੇ ਤਾਂ ਗੱਲ ਇਹ ਕਲੀਅਰ ਹੈ ਕਿ ਇਨਫਿਕਸ, ਪ੍ਰੀਫਿਕਸ, ਪੋਸਟ ਫਿਕਸ ਤਿੰਨ ਤਰ੍ਹਾਂ ਦੀਆਂ ਨੋਟੇਸ਼ਨ ਕੀ ਹੁੰਦੀਆਂ ਨੇ। ਇਹਨਾਂ ਚੋਂ ਪੋਲਿਸ਼ ਨੋਟੇਸ਼ਨ ਕਿਹੜੀ ਹੈ ਤੇ ਰਿਵਰਸ ਪੋਲਿਸ਼ ਕਿਹੜੀ ਹੈ, ਔਰ ਇਹਨਾਂ ਦੇ ਵਿੱਚੋਂ ਆਪਾਂ ਕਿਉਂ ਪੋਸਟ ਫਿਕਸ ਔਰ ਪ੍ਰੀਫਿਕਸ ਦੇ ਵਿੱਚ ਕੰਮ ਕਰ ਰਹੇ ਹਾਂ, ਬਿਕੋਜ਼ ਆਪਣੇ ਕੋਲ ਇਹਨਾਂ ਦੇ ਵਿੱਚ ਪੈਰੇਂਥੀਸਿਸ ਨਹੀਂ ਹੁੰਦੀਆਂ। ਠੀਕ, ਉਸ ਤੋਂ ਬਾਅਦ ਹੁਣ ਇਨਫਿਕਸ ਐਕਸਪ੍ਰੈਸ਼ਨ ਇਜ਼ ਵੈਰੀ ਹਾਰਡ ਟੂ ਪਾਸ ਫॉर ਦਾ ਕੰਪਿਊਟਰ ਸਿਸਟਮ। ਨੀਡ ਦਾ ਆਪਰੇਟਰ ਪ੍ਰਾਇੋਰਟੀ, ਜਦੋਂ ਆਪਾਂ ਇਨਫਿਕਸ ਐਕਸਪ੍ਰੈਸ਼ਨ ਨੂੰ ਇਵੈਲੂਏਟ ਕਰਨਾ ਹੈ ਤਾਂ ਆਪਾਂ ਨੂੰ ਪ੍ਰਾਇੋਰਟੀ ਬਾਰੇ ਗਿਆਨ ਹੋਣਾ ਚਾਹੀਦਾ ਹੈ, ਆਪਾਂ ਨੂੰ ਟਾਈ ਬ੍ਰੇਕਰ ਬਾਰੇ ਪਤਾ ਹੋਣਾ ਚਾਹੀਦਾ ਹੈ। ਜਿਵੇਂ ਪਲੱਸ ਔਰ ਮਾਈਨਸ ਸੇਮ ਪ੍ਰਾਇੋਰਟੀ ਦੇ ਨੇ, ਮਲਟੀਪਲਾਈ ਡਿਵੀਜ਼ਨ ਸੇਮ ਪ੍ਰਾਇੋਰਟੀ ਦੇ ਨੇ, ਤਾਂ ਇਹਨਾਂ ਦੀ ਟਾਈ ਕਿਵੇਂ ਬ੍ਰੇਕ ਕਰਨੀ ਹੈ। ਠੀਕ ਹੈ, ਜੇ ਇੱਕ ਐਕਸਪ੍ਰੈਸ਼ਨ ਦੇ ਵਿੱਚ ਮਲਟੀਪਲਾਈ ਵੀ ਆ ਗਿਆ, ਉਸ ਐਕਸਪ੍ਰੈਸ਼ਨ ਦੇ ਵਿੱਚ b ਮਲਟੀਪਲਾਈ ਬਾਈ c ਡਿਵਾਈਡਡ ਬਾਈ d ਲਿਖਿਆ ਆ, ਤਾਂ ਪਹਿਲਾਂ ਇਹ ਕਰਨਾ ਹੈ ਕਿ ਪਹਿਲਾਂ ਇਹ ਕਰਨਾ ਹੈ। ਤਾਂ ਆਪਾਂ ਨੂੰ ਇਹਨਾਂ ਰੂਲ ਦੇ ਬਾਰੇ ਪਤਾ ਹੋਣਾ ਚਾਹੀਦਾ, ਡੀ ਲਿਮਿਟਰਸ ਬਾਰੇ ਪਤਾ ਹੋਣਾ ਚਾਹੀਦਾ ਕਿ ਐਕਸਪ੍ਰੈਸ਼ਨ ਕਿੱਥੋਂ ਸ਼ੁਰੂ ਹੋਇਆ, ਕਿੱਥੇ ਖਤਮ ਹੋਇਆ। ਇਹ ਸਾਰੀਆਂ ਇਨਫੋਰਮੇਸ਼ਨ ਜਿਹੜੀ ਆ ਆਪਾਂ ਨੂੰ ਚਾਹੀਦੀ ਹੁੰਦੀ ਹੈ ਇਨਫਿਕਸ ਐਕਸਪ੍ਰੈਸ਼ਨ ਨੂੰ ਇਵੈਲੂਏਟ ਕਰਨ ਲਈ। This makes computer evaluation more difficult than is necessary. Postfix and prefix expression form do not rely on operator priority. ਇਹ
ਪ੍ਰਾਇੋਰਟੀ ਤੇ ਡਿਪੈਂਡ ਨਹੀਂ ਕਰਦੇ, ਇਹਨਾਂ ਨੂੰ ਟਾਈ ਬ੍ਰੇਕਰ ਦੀ ਲੋੜ ਨਹੀਂ ਹੈਗੀ, ਇਹਨਾਂ ਨੂੰ ਡੀਲਿਮਿਟਰ ਦੀ ਲੋੜ ਨਹੀਂ ਹੈਗੀ। ਇਹਨਾਂ ਸਾਰਿਆਂ ਤੋਂ ਬਿਨਾਂ ਹੀ ਆਪਾਂ ਆਨਸਰ ਕੱਢ ਸਕਦੇ ਹਾਂ ਕਿਸੇ ਵੀ ਪੋਸਟਫਿਕਸ ਜਾਂ ਪ੍ਰੀਫਿਕਸ ਐਕਸਪ੍ਰੈਸ਼ਨ ਨੂੰ ਇਵੈਲੂਏਟ ਕਰ ਸਕਦੇ ਹਾਂ। ਸੋ ਇਟ ਇਜ਼ ਈਜ਼ੀਅਰ ਟੂ ਇਵੈਲੂਏਟ ਦ ਐਕਸਪ੍ਰੈਸ਼ਨ that are in these forms। ਸੋ ਇਹਨਾਂ ਨੂੰ ਇਵੈਲੂਏਟ ਕਰਨਾ ਬਹੁਤ ਸੌਖਾ ਹੈ। ਸੋ ਰਿਵਰਸ ਪੋਲਿਸ਼ ਨੋਟੇਸ਼ਨ has however been found more convenient from computational point of view। जो computational point of view means कि ਆਪਾਂ complexity ਦੇ ਹਿਸਾਬ ਨਾਲ ਦੇਖੀਏ और time computation ਦੇ ਹਿਸਾਬ ਨਾਲ space और time complexity ਦੇ ਹਿਸਾਬ ਨਾਲ ਦੇਖੀਏ ਤਾਂ reverse polish notation ਜਿਹੜੀ ਹੈ ਉਹ ਸਭ ਤੋਂ ਬੈਸਟ ਹੈ ਇਹਨਾਂ ਦੇ ਵਿੱਚ। ਠੀਕ ਹੈ, ਆ ਫਾਇਦੇ ਤਾਂ ਸਾਰੇ ਦੋਨਾਂ 'ਚ ਹੀ ਨੇ, ਪੋਸਟਫਿਕਸ ਦੇ ਵਿੱਚ ਵੀ ਫਾਇਦੇ ਨੇ, ਪ੍ਰੀਫਿਕਸ ਦੇ ਵਿੱਚ ਵੀ ਆਹੀ ਫਾਇਦੇ ਨੇ। ਦੋਨਾਂ ਦੇ ਵਿੱਚ ਆਪਰੇਟਰ ਪ੍ਰਾਇੋਰਟੀ ਨਹੀਂ ਚਾਹੀਦੀ, ਦੋਨਾਂ ਦੇ ਵਿੱਚ ਟਾਈ ਬ੍ਰੇਕਰ ਨਹੀਂ ਚਾਹੀਦਾ, ਦੋਨਾਂ ਦੇ ਵਿੱਚ ਡੀਲਿਮਿਟਰ ਨਹੀਂ ਚਾਹੀਦੇ। ਬਟ ਫਿਰ ਵੀ ਜੇ ਕੰਪਿਊਟੇਸ਼ਨਲ ਪੁਆਇੰਟ ਆਫ View ਨਾਲ ਦੇਖੀਏ ਤਾਂ ਇਹਨਾਂ ਦੋਨਾਂ ਦੇ ਵਿੱਚੋਂ ਵੀ ਰਿਵਰਸ ਪੋਲਿਸ਼ ਨੋਟੇਸ਼ਨ, ਜਿਹਦਾ ਮਤਲਬ ਹੈ ਕਿ ਪੋਸਟ ਫਿਕਸ ਵਾਲੀ ਜਿਹੜੀ ਨੋਟੇਸ਼ਨ ਹੈ ਉਹ ਜ਼ਿਆਦਾ ਬੈਟਰ ਹੈ, ਉਹ ਜ਼ਿਆਦਾ ਵਧੀਆ ਕੰਮ ਕਰਦੀ ਹੈ ਪ੍ਰੀਫਿਕਸ ਦੇ ਮੁਕਾਬਲੇ। then so what is actually done is expression is scanned from user in infix form। user ਤੋਂ ਆਪਾਂ infix form ਦੇ ਵਿੱਚ expression ਲਵਾਂਗੇ। it is converted into prefix or postfix form and then evaluated without considering the parentheses and priorities of the operator। तो ये अपना ओवरऑल बिहेवियर ਹੁੰਦਾ ਕੰਪਿਊਟਰ ਦਾ ਕਿ ਆਪਾਂ ਕੰਪਿਊਟਰ ਤੋਂ, ਆਪਾਂ ਬੰਦਿਆਂ ਤੋਂ, ਆਪਾਂ ਹਿਊਮਨ ਬੀਇੰਗਸ ਤੋਂ ਤਾਂ ਆਪਣਾ ਜਿਹੜਾ ਆਪਰੇਟਰ ਐਕਸਪ੍ਰੈਸ਼ਨ ਹੈ ਉਹ ਇਨਫਿਕਸ ਫਾਰਮ ਦੇ ਵਿੱਚ ਹੀ ਲੈਂਦੇ ਆ, ਫਿਰ ਇੰਟਰਨਲੀ ਉਹਨੂੰ ਕਨਵਰਟ ਕਰਦੇ ਆ ਪ੍ਰੀਫਿਕਸ ਜਾਂ ਪੋਸਟਫਿਕਸ ਦੇ ਵਿੱਚ, ਤੇ ਫਿਰ ਆਪਾਂ ਫਾਈਨਲੀ ਉਹਨੂੰ ਇਵੈਲੂਏਟ ਕਰਦੇ ਆ। ਠੀਕ, ਹੁਣ ਆਪਾਂ ਪਹਿਲਾਂ ਇਵੈਲੂਏਸ਼ਨ ਦਾ ਕਨਸੈਪਟ ਦੇਖਾਂਗੇ। ਹੁਣ ਦੇਖੋ ਇਹਦੇ 'ਚ ਦੋ ਗੱਲਾਂ ਨੇ, ਪਹਿਲਾਂ ਤਾਂ ਆਪਾਂ ਕਨਵਰਟ ਕਰਨਾ ਹੈ, ਫਿਰ ਆਪਾਂ ਇਵੈਲੂਏਟ ਕਰਨਾ ਹੈ। ਦੋ ਕੰਮ ਹੈ, ਕਨਵਰਟ ਕਰਨਾ, ਇਵੈਲੂਏਟ ਕਰਨਾ। ਕਨਵਰਟ ਕਰਨ ਦੇ ਵਿੱਚ ਆਪਣੇ ਕੋਲ ਕਨਵਰਜਨ ਆ ਗਿਆ ਇਨਫਿਕਸ ਤੋਂ ਪ੍ਰੀਫਿਕਸ, ਇਨਫਿਕਸ ਤੋਂ ਪੋਸਟਫਿਕਸ, ਪ੍ਰੀਫਿਕਸ ਤੋਂ ਇਨਫਿਕਸ, ਪੋਸਟਫਿਕਸ ਤੋਂ ਇਨਫਿਕਸ ਐਂਡ ਪ੍ਰੀ ਤੋਂ ਪੋਸਟ। ਠੀਕ ਹੈ, ਤੇ ਪੋਸਟ ਤੋਂ ਪ੍ਰੀ। ਟੋਟਲ 6 ਕਨਵਰਜਨਸ ਹੈਗੀਆਂ ਨੇ, 1 2 3 4 5 6, ਟੋਟਲ 6 ਕਨਵਰਜਨਸ ਹੈਗੀਆਂ ਨੇ ਪਲੱਸ ਇਵੈਲੂਏਸ਼ਨ। ਜਦੋਂ ਆਪਾਂ ਇਵੈਲੂਏਸ਼ਨ ਦੀ ਗੱਲ ਕਰਦੇ ਆ ਤਾਂ ਆਪਾਂ ਪ੍ਰੀਫਿਕਸ ਦੀ ਇਵੈਲੂਏਸ਼ਨ ਕਰਾਂਗੇ, ਪ੍ਰੀਫਿਕਸ ਨੇ ਕਿਵੇਂ ਇਵੈਲੂਏਟ ਹੋਣਾ ਹੈ, ਤੇ ਆਪਾਂ ਪੋਸਟਫਿਕਸ ਦੀ ਇਵੈਲੂਏਸ਼ਨ ਦੀ ਗੱਲ ਕਰਾਂਗੇ। ਦੋ ਤਰ੍ਹਾਂ ਦੀਆਂ ਆਪਣੇ ਕੋਲ ਇਵੈਲੂਏਸ਼ਨ ਹੈ, ਟੋਟਲ 6 ਤੇ 2 8 ਪ੍ਰੋਗਰਾਮ। ਬੇਸਿਕਲੀ ਇੱਕ ਇੱਕ ਜਿਹੜੀ ਇਹ ਸਟੈਪ ਲਿਖੇ ਨੇ, ਇੱਕ ਇੱਕ ਸਟੈਪ ਇੱਕ ਇੱਕ ਪ੍ਰੋਗਰਾਮ ਹੈ। ਸੋ ਜਦੋਂ ਆਪਣਾ ਇਹ ਲੈਕਚਰ ਖਤਮ ਹੋਏਗਾ ਐਟ ਦਾ ਐਂਡ ਆਫ ਦਿਸ ਟੌਪਿਕ ਆਪਣੇ ਕੋਲ 8 ਅਲੱਗ-ਅਲੱਗ ਪ੍ਰੋਗਰਾਮ ਹੋਣਗੇ ਬਣਾਉਣ ਵਾਸਤੇ, ਤੇ ਉਹਨਾਂ ਨੂੰ ਚਲਾਵਾਂਗੇ ਵੀ, ਆਪਾਂ ਬਣਾ ਕੇ ਵੀ ਦੇਖਾਂਗੇ, ਚਲਾ ਕੇ ਵੀ ਦੇਖਾਂਗੇ। ਸੋ ਆਪਣੀ ਕਮਰ ਕੱਸ ਲਓ, ਇਹ ਕੰਮ ਜਿਹੜਾ ਹੈ ਆਪਾਂ ਹੁਣ ਸ਼ੁਰੂ ਕਰਨ ਲੱਗੇ ਆ। ਸੌਖੇ ਤੋਂ ਸ਼ੁਰੂ ਕਰਾਂਗੇ ਤੇ ਔਖੇ ਵੱਲ ਚੱਲਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਸੌਖਾ ਜਿਹਾ ਕੰਮ ਸ਼ੁਰੂ ਕਰਦੇ ਹਾਂ। ਅੱਜ ਦੀ ਡੇਟ ਦੇ ਵਿੱਚ ਆਪਾਂ ਸੌਖਾ ਜਿਹਾ ਇੱਕ ਕਰਾਂਗੇ, ਉਸ ਤੋਂ ਬਾਅਦ ਤੁਹਾਨੂੰ ਟਾਈਮ ਮਿਲੇਗਾ ਥੋੜਾ ਜਿਹਾ ਉਸ ਨੂੰ ਇੰਪਲੀਮੈਂਟ ਕਰਨ ਵਾਸਤੇ ਵੀ। ਇਹ ਸਾਰੀਆਂ ਜਿੰਨੇ 8 ਦੇ 8 ਪ੍ਰੋਗਰਾਮ ਨੇ, ਆਲ ਦੀਜ਼ ਆਰ ਦਾ ਐਪਲੀਕੇਸ਼ਨ ਆਫ ਸਟੈਕ। ਇਹ ਸਾਰੇ ਸਟੈਕ ਦੇ ਨਾਲ ਇੰਪਲੀਮੈਂਟ ਹੋਣੇ ਆ, ਤੇ ਸਟੈਕ ਦੀਆਂ ਹੀ ਇਹ ਐਪਲੀਕੇਸ਼ਨਸ ਆ। ਠੀਕ, तो सब तो पहला पोस्टफिक्स इवैल्यूएशन की गल करांगे आपां। पोस्टफिक्स इवैल्यूएशन दे विच वी हैव टू स्कैन पोस्टफिक्स एक्सप्रेशन। ਇਹਦੇ ਚ ਕੀ ਹੈ ਅਸਿਊਮ ਕਿ ਇਨਪੁਟ ਕੀ ਹੋਏਗੀ, ਇਨਪੁਟ ਹੋਏਗੀ ਸਮ पोस्टफिक्स एक्सप्रेशन लाइक a b प्लस। ठीक है, सो दिस इज योर इनपुट। इस तरह की इनपुट आएगी, इस इनपुट ਨੂੰ ਆਪਾਂ ਨੇ ਇਵੈਲੂਏਟ ਕਰਨਾ ਕਿ ਇਹਦਾ ਆਨਸਰ ਕੀ ਹੈ। ਆਪਾਂ ਕੀ ਦੇਣਾ ਆਨਸਰ, ਇੰਟੀਜਰ ਵੈਲਿਊ, ਕੋਈ ਇੰਟੀਜਰ ਵੈਲਿਊ ਨਿਕਲ ਕੇ ਆਏਗੀ। ਠੀਕ ਹੈ, ਹੁਣ ਆਪਾਂ ਇਹਦਾ ਇਵੈਲੂਏਟ ਕਿਵੇਂ ਹੋਣਾ, ਦੇਖੋ ਬਹੁਤ ਹੀ ਛੋਟਾ ਜਿਹਾ ਐਲਗੋਰਿਦਮ ਹੈ, ਬਹੁਤ ਈਜ਼ੀ ਹੈ, ਤੁਸੀਂ ਆਰਾਮ ਨਾਲ ਬਣਾ ਲਓਗੇ। ਸਕੈਨ ਦਾ ਪੋਸਟਫਿਕਸ ਐਕਸਪ੍ਰੈਸ਼ਨ ਫਰੋਮ ਲੈਫਟ ਟੂ ਰਾਈਟ। ਆਪਾਂ ਲੈਫਟ ਟੂ ਰਾਈਟ ਚੱਲਣਾ ਹੈ। ਠੀਕ ਹੈ, ਲੈਫਟ ਮੀਨਸ ਜਿਵੇਂ ਮੈਂ ਇੱਥੇ ਲਿਖਿਆ a b ਪਲੱਸ, ਤਾਂ ਆ ਲੈਫਟ ਹੈ ਤੇ ਆ ਰਾਈਟ ਹੈ। ਠੀਕ, ਸੋ ਲੈਫਟ ਟੂ ਰਾਈਟ ਆਪਾਂ ਚੱਲਣਾ ਹੈ। ਆਪਾਂ ਇੱਕ ਇੱਕ ਅੱਖਰ, ਇੱਕ ਇੱਕ ਕਰੈਕਟਰ ਚੱਕਾਂਗੇ। ਇਫ ਕੰਡੀਸ਼ਨਾਂ ਲਗਾਈ ਚੱਲਾਂਗੇ। ਇਫ ਓਪੇਰੈਂਡ ਇਜ਼ ਫਾਊਂਡ, ਜੇ ਤਾਂ ਓਪੇਰੈਂਡ ਹੈ, ਕਿਉਂਕਿ a ਓਪੇਰੈਂਡ ਹੈ, we will push it into the stack। ਤਾਂ ਆਪਾਂ ਇੱਕ ਸਟੈਕ ਬਣਾ ਲਈ, ਸਟੈਕ ਦੇ ਵਿੱਚ a ਪਾਤਾ। ਠੀਕ, ਇਫ ਆਪਰੇਟਰ ਇਜ਼ ਫਾਊਂਡ, ਜੇ ਆਪਰੇਟਰ ਮਿਲ ਗਿਆ। ਠੀਕ, ਫਿਰ ਉਸ ਤੋਂ ਬਾਅਦ ਫਿਰ ਕੀ ਕਰਨਾ ਹੈ, ਰਿਮੂਵ ਟੌਪ 2 ਐਲੀਮੈਂਟਸ। ਟੌਪ ਤੋਂ 2 ਐਲੀਮੈਂਟ ਕੱਢਾਂਗੇ, ਉਹਨਾਂ ਦੇ ਉੱਤੇ ਉਹ ਆਪਰੇਸ਼ਨ ਲਗਾ ਦਾਂਗੇ ਜਿਹੜਾ ਇਹ ਵਾਲਾ ਆਪਰੇਸ਼ਨ ਹੈ, ਐਂਡ ਜੋ ਰਿਜ਼ਲਟ ਆਏਗਾ ਉਹਨੂੰ ਵਾਪਸ ਸਟੈਕ ਦੇ ਵਿੱਚ ਪੁਸ਼ ਕਰ ਦੇਣਾ। ਬਹੁਤ ਈਜ਼ੀ। ਹੁਣ ਦੇਖੋ ਧਿਆਨ ਨਾਲ, ਮੇਰੇ ਕੋਲ ਐਕਸਪ੍ਰੈਸ਼ਨ ਹੈ ਫੋਰ ਐਗਜ਼ਾਮਪਲ a b ਪਲੱਸ, ਤਾਂ ਮੈਂ ਕੀ ਕਰਨਾ ਹੈ,
ਸਟੈਕ ਬਣਾ ਲਈ। ਇਫ ਓਪੇਰੈਂਡ ਇਜ਼ ਫਾਊਂਡ, ਇਧਰੋਂ ਇਧਰ ਨੂੰ ਸਕੈਨ ਕੀਤਾ, ਪਹਿਲਾਂ ਆ ਗਿਆ ਆਪਣੇ ਕੋਲ A ਕੀ ਹੈ ਆਪਣੇ ਕੋਲ ਓਪੇਰੈਂਡ ਹੈ, ਤਾਂ ਆਪਾਂ ਕੀ ਕਰਨਾ ਇਹਨੂੰ ਸਟੈਕ ਦੇ ਵਿੱਚ ਪਾ ਦੇਣਾ। ਠੀਕ ਹੈ, ਫਿਰ ਅੱਗੇ ਵਾਪਸ ਲੂਪ ਚੱਲੇਗੀ, ਅਗਲਾ ਐਕਸਪ੍ਰੈਸ਼ਨ ਆ ਗਿਆ ਆਪਣੇ ਕੋਲ B, ਫਿਰ B ਕੀ ਹੈ, B ਇਜ਼ ਆਲਸੋ ਓਪੇਰੈਂਡ, ਫਿਰ ਆਪਾਂ ਇਹਦੇ ਵਿੱਚ B ਵੀ ਪਾ ਦੇਣਾ। ਫਿਰ ਅੱਗੇ ਆ ਗਿਆ ਪਲੱਸ ਕੀ ਹੈ, ਓਪਰੇਟਰ ਹੈ, ਓਪਰੇਟਰ ਹੋਣ ਕਰਕੇ ਆਪਾਂ ਕੀ ਕਰਨਾ ਹੈ, ਪਹਿਲਾ ਸਟੈਪ ਰਿਮੂਵ ਟੌਪ 2 ਐਲੀਮੈਂਟਸ ਫਰੋਮ ਸਟੈਕ, ਪਹਿਲਾਂ ਆਪਾਂ B ਨੂੰ ਵੀ ਕੱਢ ਲਿਆ, ਫਿਰ A ਨੂੰ ਵੀ ਕੱਢ ਲਿਆ, ਫਿਰ ਆਪਣੇ ਕੋਲ ਆ ਗਿਆ A ਤੇ B। ਉਸ ਤੋਂ ਬਾਅਦ ਪਰਫਾਰਮ ਦਾ ਆਪਰੇਸ਼ਨ ਕੀ ਹੈ ਆਪਣੇ ਕੋਲ, ਆਹ ਵਾਲਾ, ਤਾਂ ਆਪਾਂ ਇੱਥੇ ਪਲੱਸ ਕਰਾਂਗੇ ਦੋਵਾਂ ਦਾ, ਔਰ ਆਨਸਰ ਜਿਹੜਾ ਵੀ ਆਏਗਾ C, ਉਹ C ਨੂੰ ਆਪਾਂ ਸਟੈਕ ਦੇ ਵਿੱਚ ਪੁਸ਼ ਕਰ ਦੇਣਾ। ਠੀਕ ਹੈ, ਇੱਥੇ ਮੈਂ ਆਹ ਡਿਲੀਟ ਕਰ ਦੇਣਾ। ਸੋ ਆਪਣੇ ਕੋਲ ਆ ਗਿਆ ਤੀਸਰਾ ਸਟੈਪ ਕੀ ਹੈ, ਪੁਸ਼ ਦਾ ਰਿਜ਼ਲਟ ਇਨ ਦਾ ਸਟੈਕ। C ਆਇਆ ਸੀ, C ਵਾਪਸ ਆਪਾਂ ਸਟੈਕ ਦੇ ਵਿੱਚ ਪਾਤਾ। ਤਾਂ ਇਹੀ ਸਟੈਪ ਆਪਾਂ ਰਿਪੀਟ ਕਰੀ ਜਾਣਾ ਆ। ਆ ਦੋ ਵੈਲਿਊ ਦੀ ਨੇ, ਜਾਂ ਤਾਂ ਓਪੇਰੈਂਡ ਹੋਏਗਾ ਜਾਂ ਆਪਰੇਟਰ ਹੋਏਗਾ। ਜਿਵੇਂ ਕਿ ਆਪਾਂ ਪਹਿਲਾਂ ਹੀ ਗੱਲ ਕਰਤੀ ਕਿ ਪ੍ਰੀਫਿਕਸ ਔਰ ਪੋਸਟਫਿਕਸ ਦੇ ਵਿੱਚ ਬ੍ਰੈਕਟਾਂ ਨਹੀਂ ਹੁੰਦੀਆਂ, ਤਾਂ ਮੇਰੇ ਕੋਲ ਦੋ ਹੀ ਚੀਜ਼ਾਂ ਨੇ, ਜਾਂ ਓਪੇਰੈਂਡ ਹੋਏਗਾ ਜਾਂ ਮੇਰੇ ਕੋਲ ਆਪਰੇਟਰ ਹੋਏਗਾ। ਤਾਂ ਰੂਲ ਕੀ ਹੈ, ਜੇ ਓਪੇਰੈਂਡ ਹੈ ਸਟੈਕ ਦੇ ਵਿੱਚ ਪਾ ਦਿਓ, ਜੇ ਆਪਰੇਟਰ ਹੈ ਸਟੈਕ ਚੋਂ ਦੋ ਵੈਲਿਊਜ਼ ਕੱਢੋ, ਉਹਨਾਂ ਤੇ ਆਪਰੇਸ਼ਨ ਲਗਾਓ, ਵਾਪਸ ਸਟੈਕ ਦੇ ਵਿੱਚ ਪਾ ਦਿਓ। ਠੀਕ ਹੈ, ਸੋ ਇਹ ਸਾਰਾ ਕੰਮ ਆਪਾਂ ਨੇ ਰਿਪੀਟ ਕਰੀ ਜਾਣਾ ਬਾਰ-ਬਾਰ। ਜਦੋਂ ਇਹ ਸਾਰਾ ਐਕਸਪ੍ਰੈਸ਼ਨ ਖਤਮ ਹੋ ਗਿਆ, ਕਿਉਂਕਿ ਇਸ ਤੋਂ ਅੱਗੇ ਹੁਣ ਮੇਰੇ ਕੋਲ ਕੁਝ ਨਹੀਂ ਹੈਗਾ, ਐਕਸਪ੍ਰੈਸ਼ਨ ਖਤਮ ਹੋ ਗਿਆ, ਤਾਂ ਜੋ ਸਟੈਕ ਦੇ ਵਿੱਚ ਪਿਆ ਉਹੀ ਤੁਹਾਡਾ ਆਨਸਰ ਹੈ। ਸੋ ਵੀ ਵਿਲ ਪੌਪ ਦਾ ਐਲੀਮੈਂਟ ਫਰੋਮ ਦਾ ਸਟੈਕ, ਦਿਸ ਇਜ਼ ਯੂਅਰ ਰਿਜ਼ਲਟ। ਸੋ ਇਟ ਇਜ਼ ਵੈਰੀ ਈਜ਼ੀ ਟੂ ਇੰਪਲੀਮੈਂਟ। ਹੁਣ ਤੁਸੀਂ ਆਪਾਂ ਇਹਦੀ ਇੱਕ ਐਗਜ਼ਾਮਪਲ ਦੇਖਾਂਗੇ, ਐਗਜ਼ਾਮਪਲ ਦੇ ਨਾਲ ਇਹਨੂੰ ਸਮਝਾਂਗੇ। ਸਪੋਜ਼ ਮੇਰੇ ਕੋਲ ਐਕਸਪ੍ਰੈਸ਼ਨ ਹੈ 4 7 ਮਲਟੀਪਲਾਈ, ਮੈਂ ਇੱਥੇ ਲਿਖ ਦੇਣਾ 4 7 ਮਲਟੀਪਲਾਈ 20 ਮਾਈਨਸ। तो ये मेरा एक्सप्रेशन है। ठीक, ਤਾਂ ਇਹਦੇ ਵਿੱਚ ਕੀ ਹੋਏਗਾ, ਸਭ ਤੋਂ ਪਹਿਲਾਂ ਜਦੋਂ ਆਪਾਂ ਲੈਫਟ ਟੂ ਰਾਈਟ ਚੱਲਾਂਗੇ, ਪਹਿਲੇ ਸਟੈਪ ਦੇ ਵਿੱਚ ਮੇਰੇ ਕੋਲ 4 ਆ ਗਿਆ, ਕਿਉਂਕਿ 4 ਓਪੇਰੈਂਡ ਹੈ, ਤਾਂ ਉਹ ਸਟੈਕ ਦੇ ਵਿੱਚ ਚਲੇ ਗਿਆ। ਉਸ ਤੋਂ ਬਾਅਦ ਮੈਂ ਨੈਕਸਟ ਸਟੈਪ ਦੇ ਵਿੱਚ ਦੇਖਿਆ ਤਾਂ ਮੇਰੇ ਕੋਲ 7 ਆ ਗਿਆ, 7 ਵੀ ਓਪੇਰੈਂਡ ਹੈ, ਸਟੈਕ ਦੇ ਵਿੱਚ ਚਲੇ ਗਿਆ। ਨੈਕਸਟ ਸਟੈਪ ਦੇ ਵਿੱਚ ਆ ਗਿਆ ਕ੍ਰਾਸ ਦਾ ਮਤਲਬ ਕੀ ਹੈ, ਓਪਰੇਟਰ ਹੈ। ਓਪਰੇਟਰ ਦਾ ਮਤਲਬ ਕੀ ਹੈ, ਆਈ ਵਿਲ ਪੌਪ 7 ਐਂਡ 4, 7 6 4 ਦੋਨੋਂ ਬਾਹਰ ਨਿਕਲ ਆਏ। इवेल्युएट 4 मल्टीप्लाई बाय 7, 7 चौका 28 आंसर आ गया। 28 मैं वापस इत्थे स्टैक दे विच पाता। सो जे ऑपरेटर आंदा तां 3 स्टेप ने, जे ओपेरेंट आंदा तां इक्को ही स्टेप है। जे ओपेरेंट है तुहानूं पुश करना है, ऑपरेटर आंदा तो दो वैल्यूज कढणियां ने, ते ਜਿਹੜੀ ਹੁਣ ਇੱਥੇ ਧਿਆਨ ਰੱਖਣ ਵਾਲੀ ਗੱਲ ਹੈ, ਜਿਹੜੀਆਂ ਦੋ ਵੈਲਿਊਜ਼ ਆਪਾਂ ਕੱਢ ਰਹੇ ਆ, ਆਪਰੇਸ਼ਨ ਕਿਵੇਂ ਕਰਨਾ, ਬਿਕੋਜ਼ ਜੇ ਇੱਥੇ ਮਾਈਨਸ ਆਪਰੇਟਰ ਹੁੰਦਾ, ਜਿਵੇਂ ਅਗਲੇ ਸਟੈਪ ਦੇ ਵਿੱਚ ਆ ਵੀ ਰਿਹਾ, ਤੇ ਮਾਈਨਸ ਆਪਰੇਟਰ ਹੁੰਦਾ ਤਾਂ 7 4 ਤੇ 4 7 ਆਨਸਰ ਅਲੱਗ-ਅਲੱਗ ਆਣਗੇ। ਸੋ ਇਹ ਆਪਰੇਸ਼ਨ ਧਿਆਨ ਰੱਖਣਾ ਵੀ ਆਪਾਂ ਕਰਨਾ ਕੀ ਹੈ। ਆਪਾਂ ਕੀ ਕਰਨਾ, ਜਿਹੜਾ ਬਾਅਦ ਵਿੱਚ ਨਿਕਲ ਰਿਹਾ, ਜਿਹੜਾ ਨੀਚੇ ਬੈਠਾ ਹੈ ਉਹ ਆਪਣਾ ਪਹਿਲਾ ਹੈ, ਜਿਹੜਾ ਉੱਪਰ ਬੈਠਾ ਉਹ ਆਪਣਾ ਬਾਅਦ ਚ ਹੈ। ਠੀਕ ਹੈ, तो ਆਪਾਂ ਪੌਪ ਕਰਾਂਗੇ, ਪਹਿਲਾਂ 7 ਨਿਕਲੇਗਾ, ਫਿਰ 4 ਨਿਕਲੇਗਾ। ਬਟ ਜਦੋਂ ਆਪਾਂ ਆਪਰੇਸ਼ਨ ਲਗਾਉਣਾ ਹੈ ਤਾਂ 4 ਨੂੰ ਆਪਾਂ ਪਹਿਲੇ ਪਾਸੇ ਰੱਖਣਾ ਹੈ, ਔਰ 7 ਨੂੰ ਆਪਾਂ ਦੂਸਰੇ ਪਾਸੇ ਰੱਖਣਾ ਹੈ। ਠੀਕ, तो इस चीज का तुसीं थोड़ा जिहा ख्याल रखना कि ऑर्डर ऑफ ऑपरेशन की होएगा। सो पहला किहड़ा लगेगा, जिहड़ा बाद च आया, ਜਿਹੜਾ ਬਾਅਦ ਵਿੱਚ ਆਇਆ ਉਹਦੇ ਵਿੱਚੋਂ ਪਹਿਲੇ ਵਾਲੇ ਦੇ ਨਾਲ ਆਪਰੇਸ਼ਨ ਆਪਾਂ ਨੇ ਕਰਨਾ ਆ। ਠੀਕ, तो ਇਹ ਜਿਹੜਾ ਤੁਹਾਡਾ ਹੈ ਆਨਸਰ ਜੋ ਵੀ ਆਏਗਾ ਵਾਪਸ ਚਲੇ ਗਿਆ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਫਿਰ ਓਪੇਰੈਂਟ ਆ ਗਿਆ, ਓਪੇਰੈਂਟ ਦਾ ਪੁਸ਼ ਕਰ ਦੇਣਾ ਆਪਾਂ ਨੇ 20 20, ਹੁਣ ਮੇਰੇ ਕੋਲ ਸਟੈਕ ਦੇ ਵਿੱਚ 20 ਪਿਆ ਤੇ 28 ਪਿਆ। ਫਿਰ ਅੱਗੇ ਮਾਈਨਸ ਆ ਗਿਆ, ਮਾਈਨਸ ਦਾ ਮਤਲਬ ਕੀ ਹੈ, ਮੈਂ 20 ਔਰ 28 ਦੋਨਾਂ ਨੂੰ ਕੱਢਾਂਗਾ, ਮਾਈਨਸ ਹੋਏਗਾ 28 ਦੇ ਵਿੱਚੋਂ 20, ਕਿਉਂਕਿ 28 ਨੀਚੇ ਬੈਠਾ ਹੈ। तो ਜਿਹੜਾ ਬਾਅਦ ਚ ਨਿਕਲੇਗਾ ਉਹ ਪਹਿਲਾਂ ਲਿਖਿਆ ਜਾਏਗਾ, ਜਿਹੜਾ ਪਹਿਲਾਂ ਨਿਕਲਿਆ ਸੀ ਉਹ ਬਾਅਦ ਵਿੱਚ ਲਿਖਿਆ ਜਾਏਗਾ। 28 20, ਆਨਸਰ ਆ ਗਿਆ ਮੇਰੇ ਕੋਲ 8 ਨੂੰ ਮੈਂ ਵਾਪਸ ਸਟੈਕ ਦੇ ਵਿੱਚ ਪੁਸ਼ ਕਰਤਾ। ਹੁਣ ਇੱਥੇ ਜਦੋਂ ਮੇਰਾ ਐਕਸਪ੍ਰੈਸ਼ਨ ਖਤਮ ਹੋ ਗਿਆ, ਅੱਗੇ ਕੁਝ ਨਹੀਂ ਹੈਗਾ, ਲਾਸਟ ਕਰੈਕਟਰ ਇਜ਼ ਹੈਜ਼ ਬੀਨ ਇਵੈਲੂਏਟਡ, ਉਹਨੂੰ ਆਪਾਂ ਕਵਰ ਕਰ ਲਿਆ ਹੋਇਆ ਹੈ, ਤਾਂ ਜੋ ਮੇਰੀ ਸਟੈਕ ਦੇ ਵਿੱਚ ਪਿਆ ਉਹੀ ਮੇਰਾ ਆਨਸਰ ਹੈ। ਉਹਨੂੰ ਮੈਂ ਕੱਢਾਂਗਾ, ਪੌਪ ਕਰਾਂਗਾ ਤੇ ਉਹਨੂੰ ਮੋਨੀਟਰ ਦੇ ਉੱਪਰ ਡਿਸਪਲੇ ਕਰ ਦਿਆਂਗਾ। तो I hope it is clear। कोई चीज नहीं पता लगी तो मैनू हुण पूछ लो। That is all about today's lecture। कोई चीज ना पता लगी होवे ਸਰ ਜਦੋਂ ਆਪਾਂ ਜਿਵੇਂ 4 ਤੇ 7 ਇਹਨੂੰ ਕੰਪੇਅਰ ਕਰਾਂਗੇ ਜੀ, ਤੇ ਆਪਾਂ ਲਿਖਾਂਗੇ ਵੀ ਇਹ ਇੰਟੀਜਰ ਟਾਈਪ ਦੇ ਬਰਾਬਰ ਹੈ ਜੀ। ਕੀ ਲਿਖਾਂਗੇ, ਜਿਵੇਂ ਚੈੱਕ ਕਰਨਾ ਵੀ ਪਹਿਲੀ ਲੋਕੇਸ਼ਨ ਤੇ ਜਿਵੇਂ ਆਪਣਾ 4 ਹੈ, ਕਿਵੇਂ ਚੈੱਕ ਹੋਊਗਾ ਜੀ। ਉਹ ਤਾਂ
ਜਦੋਂ ਆਪਾਂ ਪੌਪ ਕਰ ਰਹੇ ਹਾਂ ਨਾ, ਆਪਾਂ ਦੋ ਵੇਰੀਏਬਲ ਲੈ ਕੇ ਰੱਖਾਂਗੇ। ਆਪਾਂ ਦੋ ਵੇਰੀਏਬਲ ਲੈ ਲਾਂਗੇ, ਮੰਨ ਲਓ ਇੱਕ ਦਾ ਨਾਮ ਹੈ x, ਦੂਸਰੇ ਦਾ ਨਾਮ ਹੈ y। ਹੁਣ x ਔਰ y, x ਦੇ ਵਿੱਚ ਪਹਿਲਾਂ ਕਿਹੜੀ ਵੈਲਿਊ ਪਾਣੀ ਹੈ? ਆਪਾਂ ਲਿਖਾਂਗੇ y is equal to s1 dot pop, ਕਿਉਂਕਿ ਮੈਨੂੰ ਪਤਾ ਜਿਹੜੀ ਵੈਲਿਊ ਪਹਿਲਾਂ ਆਊਗੀ ਉਹ y ਦੇ ਵਿੱਚ ਰੱਖਣੀ ਹੈ, ਠੀਕ ਹੈ। ਫਿਰ ਮੈਂ ਲਿਖਾਂਗਾ x is equal to s1 dot pop। ਜਦੋਂ ਮੈਂ ਸੈਕਿੰਡ ਟਾਈਮ ਪੌਪ ਕਰਾਂਗਾ ਤਾਂ ਜਿਹੜੀ ਵੈਲਿਊ ਆਣੀ ਹੈ ਉਹ x ਦੇ ਵਿੱਚ ਚਲ ਜਾਏਗੀ। ਹੁਣ ਜਦੋਂ ਮੈਂ ਰਿਜ਼ਲਟ ਕੱਢਣਾ r is equal to ਮੈਂ ਲਿਖਾਂਗਾ x minus y, ਠੀਕ ਹੈ। ਜਿਹੜੀ ਪਹਿਲਾਂ ਵੈਲਿਊ ਕੱਢੀ ਸੀ ਉਹ y ਦੇ ਵਿੱਚ ਹੈ, ਜਿਹੜੀ ਬਾਅਦ ਵੈਲਿਊ ਕੱਢੀ ਸੀ ਉਹ x ਦੇ ਵਿੱਚ ਹੈ। ਬਟ ਜਦੋਂ ਮੈਂ ਇਵੈਲੂਏਸ਼ਨ ਵਾਲਾ ਐਕਸਪ੍ਰੈਸ਼ਨ ਲਿਖਣਾ ਤਾਂ ਮੈਂ x ਨੂੰ ਪਹਿਲਾਂ ਰੱਖਣਾ ਤੇ y ਨੂੰ ਬਾਅਦ ਰੱਖਣਾ, ਉਹ ਆਟੋਮੈਟਿਕਲੀ ਨਹੀਂ ਸਿੱਧੇ ਹੋ ਸਰ, ਜਾਣਗੇ। ਮੈਂ ਹੀ ਸ਼ੁਰੂ ਤੋਂ ਗੱਲ ਕਰ ਰਿਹਾ। ਜਦੋਂ ਆਪਾਂ ਓਪਰੈਂਡ ਤੇ ਇੰਟੀਜਰ ਚੈੱਕ ਕਰਨਾ ਵੀ ਓਪਰੈਂਡ ਪਹਿਲੀ ਪੋਜੀਸ਼ਨ ਤੇ ਕਿ ਦੂਜੀ ਤੇ, ਉਹ ਤੇ ਕਿਹੜਾ ਲੌਜੀਕ ਲੱਗੂਗਾ ਜੀ? This is the input that is provided by the user। यूजर ने तो एंटर करता 4 7 multiply 20 minus, this is in the form of string। ਆਪਾਂ ਪਹਿਲਾ ਕਰੈਕਟਰ ਕੱਢਿਆ, ਦੂਸਰਾ ਕਰੈਕਟਰ ਕੱਢਿਆ, ਤੀਸਰਾ ਕਰੈਕਟਰ ਹੈ, ਚੌਥਾ ਕਰੈਕਟਰ ਹੈ, ਪੰਜਵਾਂ ਕਰੈਕਟਰ ਹੈ। ਆਪਣੇ ਕੋਲ ਤਾਂ ਐਰੇ ਹੈ ਨਾ, ਸਟ੍ਰਿੰਗ ਤਾਂ ਇੱਕ ਐਰੇ 'ਚ ਵੜ ਗਈ। ਹਾਂਜੀ ਠੀਕ ਹੈ। ਆਪਾਂ ਪਹਿਲਾ ਕਰੈਕਟਰ ਚੱਕਿਆ ਤਾਂ ਜਿਹੜਾ ਪਹਿਲਾਂ ਜੋ ਵੀ ਆਇਆ, ਜੇ ਉਹ ਪੇਰੈਂਟ ਹੈ, ਉਹ ਪੇਰੈਂਟ ਦਾ ਮਤਲਬ ਕੀ ਹੈ ਕਿ ਇਫ ਇਟ ਇਜ਼ not star, not minus, not plus ਤੇ not subtraction ਤੇ not modulus, ਆਹੀ ਚਾਰ ਚੀਜ਼ਾਂ ਨੇ, ਠੀਕ ਹੈ ਨਾ। ਹਾਂਜੀ तो जे ਇਹਨਾਂ ਚੋਂ ਕੋਈ ਨਹੀਂ ਇਹੀ ਹੈਗਾ, ਪੁੱਛਦਾ ਜੀ ਬਸ ਜੀ। ਇਹਨਾਂ ਚੋਂ ਕੋਈ ਨਹੀਂ ਹੈਗਾ ਤਾਂ ਉਹ ਪੇਰੈਂਟ ਆਪਣੇ ਆਪ ਹੀ, ਹਾਂਜੀ ਠੀਕ ਹੈ ਜੇ ਜੀ, ਉਹ ਪੇਰੈਂਟ ਹੈ ਤਾਂ ਆਪਾਂ ਉਹਨੂੰ ਇੱਥੇ ਪੁਸ਼ ਕਰ ਦੇਣਾ, ਠੀਕ ਹੈ, ਸਮਝ ਗਿਆ ਜੀ ਹੁਣ ਤਾਂ। ਠੀਕ ਹੈ। ਸੋ ਆਪਾਂ ਜਿਹੜੇ ਇਹ 4 7 ਗੁਣਾ 20 ਮਾਈਨਸ ਇਹ ਬਣਿਆ ਕਿਵੇਂ, ਉਹ ਹੱਲੇ ਆਪਾਂ ਅਗਲੇ ਲੈਕਚਰਾਂ 'ਚ ਦੇਖਣਾ ਆ। ਹੱਲੇ ਆਪਾਂ ਇਹ ਰਿਜ਼ਿਊਮ ਕਰਕੇ ਚੱਲ ਰਹੇ ਹਾਂ ਕਿ ਆਪਣੇ ਕੋਲ ਪੋਸਟ ਫਿਕਸ ਐਕਸਪ੍ਰੈਸ਼ਨ ਹੈਗਾ ਹੈ ਤੇ ਆਪਾਂ ਉਹਦਾ ਆਨਸਰ ਕਿਵੇਂ ਕੱਢਣਾ ਹੈ।